ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1382 ਤੇ ਉਤੋਂ 80 ਨੰਬਰ ਤੋਂ ਬਾਅਦ ਤੀਸਰੀ ਪੰਗਤੀ, ਅੰਗ ਨੰਬਰ 1382 ਉਤੋਂ ਤੀਸਰੀ ਪੰਗਤੀ 80 ਨੰਬਰ ਤੋਂ ਬਾਅਦ। ਫਰੀਦਾ ਮੈਂ ਜਾਣਿਆ ਦੁਖ ਮੁਝ ਕੋ, ਦੁਖ ਸਵਾਇਆ ਜਗ, ਊਂਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅਗ। ਫਰੀਦ ਸਾਹਿਬ ਕਹਿੰਦੇ ਮੈਂ ਸਮਝਿਆ ਵੀ ਮੈਨੂੰ ਹੀ ਦੁੱਖ ਹੈ। ਦੁੱਖ ਸਵਾਇਆ ਜਗ, ਪਰ ਦੁੱਖ ਤਾਂ ਸਾਰੇ ਸੰਸਾਰ ਦੇ ਵਿੱਚ ਹੈ। ਉੱਚੇ ਚੜ੍ਹ ਕੇ ਦੇਖਿਆ, ਜਦ ਮੈਂ ਉੱਚੇ ਚੜ੍ਹ ਕੇ ਦੇਖਿਆ ਭਾਵ ਧਿਆਨ ਨਾਲ ਵੇਖਿਆ, ਜਦ ਮੈਂ ਧਿਆਨ ਨਾਲ ਸੰਸਾਰ ਨਜ਼ਰ ਮਾਰੀ ਤਾਂ ਘਰ ਘਰ ਇਹ ਅਗ ਦੇਖੇ, ਸਾਰੇ ਘਰਾਂ 'ਚ ਦੁੱਖ ਹੀ ਦੁੱਖ ਹੈ। ਅਤੇ ਮੈਂ ਸੋਚਿਆ ਪਰ ਮੈਂ ਹੀ ਦੁਖੀ ਹਾਂ, ਸਾਰੇ ਦੁਖੀ ਨੇ। ਹੁਣ ਸਵਾਲ ਪੈਦਾ ਕਿਉਂ ਦੁਖੀ ਨੇ? ਨਿਰਾ ਇੰਨਾ ਕਹਿ ਦੇਣ ਨਾਲ ਵੀ ਸਾਰੇ ਦੁਖੀ ਨੇ, ਇਹਦੇ ਨਾਲ ਨਹੀਂ ਕੋਈ ਗੱਲ ਬਣੇਗੀ। ਆਪਾਂ ਕਹਿੰਦੇ ਵੀ ਸਾਰੇ ਜੀ ਰਿਸ਼ਵਤ ਚੱਲਦੀ ਹੈ ਜੀ, ਇਹ ਗੱਲ ਕਰਨ ਨਾਲ ਨਹੀਂ ਕੋਈ ਗੱਲ ਬਣੇਗੀ। ਕਿਉਂ ਚੱਲਦੀ ਹੈ, ਇਹ ਕਿਵੇਂ ਰੁਕ ਸਕਦੀ ਹੈ, ਫਿਰ ਤਾਂ ਕੋਈ ਗੱਲ ਬਣੇਗੀ। ਸਿਰਫ ਇੰਨਾ ਕਹਿ ਦੇਣਾ ਵੀ ਸਾਰੇ ਸੰਸਾਰ ਦੁੱਖ ਹੈ। ਮੈਂ ਸੋਚਿਆ ਮੈਂ ਹੀ ਦੁਖੀ ਕਿ ਨਹੀਂ। ਜੇ ਮੈਂ ਧਿਆਨ ਨਾਲ ਵੇਖਿਆ, ਉੱਚੇ ਚੜ੍ਹ ਕੇ ਦੇਖਣ ਦਾ ਜੇ ਮੈਂ ਧਿਆਨ ਮਾਰਿਆ ਤਾਂ ਕੀ ਦੇਖਦਾ ਵੀ ਸਾਰੇ ਦੁਖੀ ਨੇ, ਸਾਰੇ ਸੰਸਾਰ ਦੁੱਖ ਹੈ। ਹੁਣ ਆਖਰਕਾਰ ਧਰਮ ਅਨੁਸਾਰ ਹੀ ਸਾਨੂੰ ਇਹਦਾ ਹੱਲ ਲੱਭਣਾ ਪਏਗਾ, ਕਿਉਂਕਿ ਧਰਮ ਦੀ ਗੱਲ ਚੱਲ ਰਹੀ ਹੈ। ਧਰਮ ਇਹ ਕਹਿੰਦਾ ਹੈ ਕਿ ਮਨੁੱਖ ਸਹੀ ਕਰਮ ਨਹੀਂ ਕਰਦਾ, ਇਹ ਮਾੜੇ ਕਰਮ ਕਰਦਾ ਹੈ, ਫਿਰ ਉਹਨਾਂ ਕਰਮਾਂ ਦਾ ਨਤੀਜਾ ਦੁੱਖ ਰੂਪ ਭੋਗਦਾ ਰਹਿੰਦਾ ਹੈ। ਕੋਈ ਵਿਰਲਾ ਟਾਵਾਂ ਬੰਦਾ ਹੋਣਾ 1,00,000 2 ਲੱਖ ਪਿੱਛੇ ਜਿਹੜਾ ਬਿਲਕੁਲ ਸਹੀ ਹੋਵੇ, ਨਹੀਂ ਤਾਂ ਕੋਈ 90% ਸਹੀ ਹੈ, ਕੋਈ 95 ਹੈ, ਕੋਈ 98 ਹੈ, ਕੋਈ 99 ਹੈ, 100% ਤਾਂ ਕੋਈ ਵਿਰਲਾ ਟਾਵਾਂ। ਇਸ ਲਈ ਹਰ ਇਨਸਾਨ ਆਪਣੀ ਜ਼ਿੰਦਗੀ 'ਚ ਕੋਈ ਨਾ ਕੋਈ ਗਲਤ ਕੰਮ ਕਰਦਾ ਹੈ, ਫਿਰ ਉਹਦਾ ਦੁੱਖ ਭੋਗਦਾ ਰਹਿੰਦਾ ਹੈ। ਇਸ ਕਾਰਨ ਦੁੱਖ ਨੇ। ਹੁਣ ਮੰਨ ਲਓ ਆਪਾਂ ਨਾ ਚੋਰੀ ਕਰੀਏ, ਨਾ ਡਾਕੇ ਮਾਰੀਏ, ਨਾ ਠੱਗੀਆਂ ਕਰੀਏ, ਨਾ ਮਿਲਾਵਟਾਂ ਕਰੀਏ, ਨਾ ਧੋਖਾਧੜੀ ਕਰੀਏ, ਨਾ ਰਿਸ਼ਵਤਾਂ ਲਈਏ, ਕਿਸੇ ਦੂਜੇ ਦਾ ਨੁਕਸਾਨ ਹੀ ਨਾ ਕਰੀਏ, ਅਤੇ ਪੁਲਿਸ ਦੀ ਤਾਂ ਲੋੜ ਹੀ ਕੋਈ ਨਹੀਂ। ਚਲੋ ਫੌਜ ਦੀ ਤਾਂ ਲੋੜ ਪੈ ਸਕਦੀ ਹੈ, ਬਗਾਨਿਆਂ ਨਾਲ ਸਾਡਾ ਦੂਜੇ ਦੇਸ਼ਾਂ ਨਾਲ ਵਾਹ ਪੈਣਾ ਹੈ। ਹੁਣ ਪੁਲਿਸ ਦਿਨੋਂ ਦਿਨ ਵੱਧ ਰਹੀ, ਇਸ ਤੋਂ ਸਾਫ਼ ਜ਼ਾਹਰ ਹੈ ਕਿ ਅਸੀਂ ਦਿਨੋਂ ਦਿਨ ਘਟੀਆ ਹੁੰਦੇ ਜਾ ਰਹੇ ਹਾਂ। ਪੁਲਿਸ ਦਾ ਦਿਨੋਂ ਦਿਨ ਵਧਣ ਦਾ ਮਤਲਬ ਹੈ ਕਿ ਅਸੀਂ ਦਿਨੋਂ ਦਿਨ ਘਟੀਆ ਹੁੰਦੇ ਜਾ ਰਹੇ ਹਾਂ। ਦੁੱਖ ਇਸ ਲਈ ਹੈ ਕਿ ਮਨੁੱਖ ਮਾੜੇ ਕੰਮ ਕਰਦਾ ਹੈ, ਫਿਰ ਉਹ ਦੁੱਖ ਰੂਪ 'ਚ ਉਹਨਾਂ ਨੂੰ ਭੋਗਦਾ ਰਹਿੰਦਾ ਹੈ। ਇੱਕ ਦਾ ਨਹੀਂ, ਬੇਅੰਤ ਲੋਕ ਨੇ ਜਿਹੜੇ ਮਾੜੇ ਕੰਮ ਕਰਦੇ ਰਹਿੰਦੇ ਹਨ, ਕੋਈ ਲੋਕਾਂ ਦੇ ਸਾਹਮਣੇ, ਕੋਈ ਛੁਪਾ ਕੇ। ਇਸ ਲਈ ਤਾਂ ਉਹਨਾਂ ਸਮਝਿਆ ਵੀ ਪਤਾ ਨਹੀਂ ਮੈਨੂੰ ਹੀ ਦੁੱਖ ਹੈ ਕਿ ਨਹੀਂ। ਜੇ ਮੈਂ ਧਿਆਨ ਨਾਲ ਵੇਖਿਆ ਤਾਂ ਘਰ ਘਰ ਇਹ ਅਗ, ਸਾਰੇ ਘਰਾਂ 'ਚ ਹੀ ਦੁੱਖ ਹੈ। ਹੁਣ ਪੰਚਮ ਪਾਤਸ਼ਾਹ ਇਸ ਗੱਲ ਨੂੰ ਅੱਗੇ ਕਲੀਅਰ ਕਰਦੇ ਨੇ। ਮਹਿਲਾ ਪੰਜਵਾਂ। ਫਰੀਦਾ ਭੂਮ ਰੰਗਾਵਲੀ, ਮੰਝ ਵਸੂਲਾ ਬਾਗ, ਜੋ ਜਨ ਪੀਰ ਨਿਵਾਜਿਆ, ਤਿੰਨਾ ਅੰਚ ਨ ਲਾਗ। ਫਰੀਦਾ ਭੂਮ ਰੰਗਾਵਲੀ, ਇਹ ਧਰਤੀ ਤਾਂ ਬੜੀ ਰੰਗਾਵਲੀ ਹੈ, ਬੜੀ ਸੋਹਣੀ ਧਰਤੀ ਹੈ। ਮੰਝ ਹੁੰਦਾ ਵਿੱਚ, ਵਸੂਲਾ, ਵਿਸੂ ਜਿਹੜਾ ਸ਼ਬਦ ਹੈ ਇਹ ਹਿੰਦੀ ਦਾ ਹੈ। ਸੰਸਕ੍ਰਿਤ ਦਾ ਸ਼ਬਦ ਹੈ ਵਿਸ਼, ਵਾਵੇ ਸੈਰੀ, ਸੱਸੇ ਦੇ ਪੈਰ 'ਚ ਬਿੰਦੀ, ਵਿਸ਼। ਵਿਸ਼ ਸੰਸਕ੍ਰਿਤ ਦਾ ਸ਼ਬਦ ਹੈ ਜ਼ਹਿਰ।
हिंदी कहते हैं विसु, जान विसु की वाड़ी जियो। विसु मैंने भी जहर। सो कहते धरती तो रंगावली है, धरती तो बड़ी सोहनी है, पर इत्थे जहरीला भाग है। भावे जीवन तो बड़ा वधिया है, पर ये काम क्रोध लोभ मोह अहंकार रूपी जहरीला भाग है। वो तो बड़ा सोहना जीवन है, पर ये बुराइयां ने। जो जन पीर नवाजिया, पर जिन्हां ते गुरु की कृपा है, जिन्हां ते गुरु ने अपना प्यार की बख्शिश की हुई है। निवाजना दे किसी नूं वडियाउणा, जिन्हां नूं गुरु ने नवाजिया है, तिन्हां अंच नाल, अंच हुंदा सेक, हिंदी शब्द आँच, अग दे सेक नूं कहंदे ने आँच। तिन्हां अंच न लाग, उन्हां नूं सेक नहीं लगदा, नहीं तो बाकी तो दुख ही दुख है। क्यों उनके काम है, क्रोध है, लोभ है, मोह है, अहंकार है, पता नहीं किन्नियां बुराइयां ने संसार च। पर बचदा कौन है? जिसे गुरु की कृपा हुंदी है, उन्होंने बुराइयां का सेक नहीं लगता, भाव दुखी नहीं हुंदा। बाकी तो फिर असर करते हैं, तो फिर दुख भोगता है। इस करके दुख भोगता। संसार दोनों चीज़ां हैं, फुल ने तो कंडे भी ने, एक चीज़ नहीं है संसार च। संसार च चंगियाई ते बुराई सदियां तो है तो हमेशा रहेगी। इत्थे वड्डे वड्डे पीर पैगंबर गुरु साधु आके चले गए, कोई भी सारियां बुराइयां नूं खत्म नहीं कर सकिया। भावें दसम पातशाह कहंदे मैनूं परमात्मा ने दुष्टां दा नाश करन लई भेजिया है, पर नहीं, सगों दुष्टां ने रल के उन्होंने पंजाब चों ही कढ़ता। सारे दुष्टां दा कोई नाश नहीं कर सकिया करदा, भावें कोई भी आ जाओ। इसलिए ये बुराइयां तो रहणगियां, बचिया किवें जा सकदा? बई जिस ते गुरु की कृपा हो जाए, वो इन्हां बुराइयां तो बच जाता है। जदों बुराइयां तो बच जाता है, फिर बुराई के दुखों तो भी बच जाता है। ये बुराइयां जहरीला भाग हैं। उंज ठीक है, उम्र तो बड़ी सुहावनी है, ये जीवन तो बड़ा सुहावना है, पर ये विच बुराइयां होने कारण ये सारे दुख पैदा हो जाते हैं। बचदा कौन है? जिसे गुरु की कृपा हो जाती है, उन्होंने फिर बुराइयां का उन्होंने ते कोई असर नहीं होंदा है, बुराई तो बच जाते हैं। अगे कहते हैं महला पंजवां, फरीदा उम्र सुहावड़ी संग सवनड़ी दे, विरले कई पाईयन जिन्ना प्यारे ने। ये ने जिहड़ा है, ये तीन सरूप ने गुरबाणी च। एक ने, एक स्नेह, एक स्नेह, एक नन्नन औंकड़ वाला ने। तिन्नों का अर्थ इको ही है। हिंदी का शब्द है स्नेह, अद्धा ससा नन्ने ला हाहा स्नेह। उस तो गुरबाणी बन गया असनेह, उस तो छोटा है ने। जे हाहे नूं औंकड़ भी लगा तो उन्होंने नेहो नहीं पढ़ देना, वो तो दसन लिए भी एक वचन है। इसलिए पढ़ना उसनूं नेह है, स्नेह है, असनेह है। फरीदा उम्र सुहावड़ी, ये जीवन तो बड़ा सोहना है, संग सवनड़ी दे, शरीर भी बड़ा सोहना है। हुण सवाल पैदा होता है भी उम्र सुहावड़ी किहदी होएगी, सोहनी देही किस दी होएगी। विरले कई पाईयन जिन्ना प्यारे ने, जिन्हां दा परमात्मा नाल प्यार है वो हैण ते थोड़े ही, पर जिन्हां दा परमात्मा नाल प्यार है उन्हां दी उम्र ही सुहावनी है, उन्हां दी देही ही सुंदर है।
ਕਿਉਂਕਿ ਮਾੜੇ ਕੰਮ ਕਰ ਕਰਕੇ ਸਰੀਰ ਕਰੂਪ ਹੋ ਜਾਂਦਾ ਹੈ। ਕਈਆਂ ਨੂੰ ਬੜਾ ਸੋਹਣਾ ਸਰੀਰ ਮਿਲਿਆ ਹੁੰਦਾ ਹੈ, ਇਹਦੇ ਵਿੱਚ ਬੜੇ ਚੰਗੇ ਕੰਮ ਕਰਦੇ ਨੇ ਪਿਛਲੇ ਜਨਮਾਂ 'ਚ, ਅਤੇ ਜਿਹੜੇ ਮਾੜੇ ਕੰਮ ਕਰਦੇ, ਕੋਈ ਲੰਗੜਾ, ਕੋਈ ਲੂਲਾ, ਕੋਈ ਅੰਨਾ, ਕੋਈ ਕਾਣਾ, ਕੋਈ ਕਾਲਾ ਸ਼ਾਹ, ਕੋਈ ਕਰੂਪ, ਕੋਈ ਝੁਰੜੀਆਂ ਵਾਲਾ, ਕੋਈ ਕਿਹੋ ਜਿਹਾ ਪੈਦਾ ਹੋ ਜਾਂਦਾ ਹੈ। ਇਹਦਾ ਮਤਲਬ ਉਹਨਾਂ ਨੇ ਮਾੜੇ ਕੰਮ ਕੀਤੇ, ਉਹਨਾਂ ਦੇ ਜਿਹੜੇ ਚਿਹਰੇ ਨੇ, ਸਰੀਰ ਨੇ, ਉਹ ਵੀ ਕਰੂਪ ਹੋ ਗਏ ਹਨ। ਇਸ ਗੱਲ ਦਾ ਮੈਨੂੰ ਬਹੁਤ ਸਮਾਂ ਪਹਿਲਾਂ ਗਿਆਨ ਸੀ। ਇਸ ਲਈ ਜਿਹੜੇ ਬੱਚੇ ਬੜੇ ਸੋਹਣੇ ਹੁੰਦੇ ਸੀ, ਕਈ ਵਾਰ ਬੱਚੇ ਬੜੇ ਸੋਹਣੇ ਹੁੰਦੇ ਸਟੂਡੈਂਟ, ਜੀਓ ਹੀ ਨਹੀਂ ਸੀ ਮੇਰਾ ਕਰਦਾ ਉਹਨੂੰ ਥੱਪੜ ਮਾਰਨ ਤੋਂ। ਮੈਂ ਯਾਰ ਦਾਤੇ ਨੇ ਕਿੰਨਾ ਸੁੰਦਰ ਬੱਚਾ ਬਣਾਇਆ, ਘੋੜੇ ਦੇ ਜੇ ਮੈਂ ਥੱਪੜ ਮਾਰਦੇ ਗੱਲਾਂ ਦੇ ਨਿਸ਼ਾਨ ਪੈ ਜਾਂਦੇ, ਉਂਝ ਉਹਨੂੰ ਝਿੜਕ ਦੇਣਾ, ਮੈਂ ਭਾਈ ਕੰਮ ਕਰਕੇ ਆਇਆ ਕਰੋ। ਹਾਂਜੀ, ਮੈਂ ਪਰਮਾਤਮਾ ਨੇ ਸੁੰਦਰਤਾ ਬਖਸ਼ੀ ਹੈ, ਬੜਾ ਵਧੀਆ ਪਿਛਲੇ ਜਨਮਾਂ 'ਚ ਹੋਣਾ ਇਹ, ਠੀਕ ਆ। ਹੁਣ ਹੋਰ ਗੱਲ ਹੋ ਗਈ ਹੈ, ਸੋ ਐਵੇਂ ਨਹੀਂ ਸੁੰਦਰਤਾ ਮਿਲਿਆ ਕਰਦੀ। ਸੋ ਕਹਿੰਦੇ ਉਮਰ ਤਾਂ ਸੁਹਾਵਣੀ ਹੈ, ਦੇਹ ਵੀ ਸਵੰਨੜੀ ਹੈ, ਪਰ ਕਿਹਨਾਂ ਦੀ? ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਹੈ, ਅਤੇ ਉਹ ਵਿਰਲੇ ਟਾਵੇਂ ਨੇ। ਸੋ ਸੁਹਾਵਣਾ ਜੀਵਨ ਵੀ ਵਿਰਲੇ ਟਾਵਿਆਂ ਦਾ ਹੀ ਹੈ, ਹਰ ਇੱਕ ਦਾ ਸੁਹਾਵਣਾ ਜੀਵਨ ਨਹੀਂ ਹੈ। ਦੁੱਖ ਹੀ ਦੁੱਖ ਨੇ ਸੰਸਾਰ ਦੇ ਵਿੱਚ। ਸੋ ਜਿਨ੍ਹਾਂ ਦਾ ਪਿਆਰੇ ਨਾਲ ਪਰਮਾਤਮਾ ਨਾਲ ਪਿਆਰ ਹੈ, ਨਾਲ ਇਹ ਵੀ ਉਹਨਾਂ ਕਿਹਾ ਵਿਰਲੇ ਕੇ ਹੀ ਪਾਈਨ, ਵਿਰਲੇ ਟਾਵੇਂ ਨੇ, ਬਹੁਤੇ ਨਹੀਂ, ਵਿਰਲੇ ਟਾਵੇਂ ਨੇ ਜਿਹਦਾ ਰੱਬ ਨਾਲ ਪਿਆਰ ਹੈ। ਉਹਨਾਂ ਲਈ ਉਮਰ ਵੀ ਸੁਹਾਵਣੀ ਹੈ ਅਤੇ ਉਹਨਾਂ ਲਈ ਦੇਹ ਵੀ ਸੋਹਣੀ ਹੈ। ਸੋ ਤਿੰਨਾਂ ਦਾ ਭਾਵ ਸਮਝਾਇਆ ਇਕੱਠਾ ਹੈ ਕਿ ਠੀਕ ਹੈ, ਦੁੱਖ ਹੈ, ਇਕੱਲੇ ਬਾਬਾ ਫਰੀਦ ਇਕੱਲੇ ਮੈਨੂੰ ਨਹੀਂ, ਪਹਿਲਾਂ ਮੈਂ ਸੋਚਿਆ ਮੈਨੂੰ ਦੁੱਖ ਹੈ, ਫਿਰ ਜੇ ਮੈਂ ਦੇਖਿਆ ਆਲੇ ਦੁਆਲੇ ਵੀ ਤਾਂ ਸਾਰੇ ਦੁਖੀ ਨੇ, ਸਾਰੇ ਦੁਖੀ ਨੇ। ਹੁਣ ਗੁਰੂ ਮਹਾਰਾਜ ਦੱਸਿਆ ਵੀ ਦੁੱਖ ਕਿਉਂ ਨੇ? ਦੁੱਖ ਕਿਉਂ ਨੇ? ਕਿਉਂਕਿ ਇਹ ਸੰਸਾਰ ਦੇ ਵਿੱਚ ਵਸੂਲਾ ਬਾਗ ਹੈ, ਇਹ ਸੰਸਾਰ 'ਚ ਬੁਰਾਈਆਂ ਨੇ, ਇਹ ਬੁਰਾਈਆਂ ਕਾਰਨ ਇਹ ਮਨੁੱਖ ਜਿਹੜਾ ਹੈ ਦੁਖੀ ਰਹਿੰਦਾ ਹੈ। ਕੌਣ ਬਚਦਾ? ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਉਹ ਇਹਨਾਂ ਬੁਰਾਈਆਂ ਤੋਂ ਬਚ ਵੀ ਜਾਂਦੇ ਨੇ। ਅਤੇ ਜਿਨ੍ਹਾਂ ਦਾ ਪਰਮਾਤਮਾ ਨਾਲ ਪਿਆਰ ਹੈ, ਉਹਨਾਂ ਦਾ ਜੀਵਨ ਸੁਹਾਵਣਾ ਹੈ, ਵਧੀਆ ਬੀਤਦਾ ਹੈ, ਦੇਹ ਵੀ ਉਹਨਾਂ ਦੀ ਸੋਹਣੀ ਹੈ। ਸੋ ਇਹਨਾਂ ਤਿੰਨਾਂ ਤੋਂ ਕੀ ਰਿਜ਼ਲਟ ਨਿਕਲਿਆ ਵੀ ਸ਼ੁਭ ਕਰਮ ਕਰਨੇ ਨੇ ਅਤੇ ਰੱਬ ਨੂੰ ਪਿਆਰ ਕਰਨਾ, ਭਾਵ ਨਾਂ ਜਪਣਾ। ਰੱਬ ਨੂੰ ਪਿਆਰ ਕਰਨ ਦਾ ਮਤਲਬ ਹੈ ਉਹਦਾ ਨਾਮ ਜਪਣਾ। ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ, ਸਮਝੋ ਅਸੀਂ ਪਰਮਾਤਮਾ ਨੂੰ ਪਿਆਰ ਕਰ ਰਹੇ ਹਾਂ। ਅੱਗੇ ਫਰੀਦ ਸਾਹਿਬ ਕਹਿੰਦੇ ਕੰਧੀ, ਇਹ ਕੰਧੀ ਪੜ੍ਹਨਾ ਧੱਦੇ ਨੂੰ ਬਿਹਾਰੀ ਬਿੰਦੀ ਲਾ ਕੇ ਕਿਨਾਰਿਆਂ ਨੂੰ। ਕੰਧੀ ਹੁੰਦਾ ਕਿਨਾਰਾ। ਕੰਧੀ ਵਹਿਣ ਨਾ ਢਾਹੇ, ਤੋ ਪੀ ਲੇਖਾ ਦੇਵਨਾ, ਜਿੱਧਰ ਰੱਬ ਰਜ਼ਾਏ। ਇਹ ਰਜ਼ਾ ਫਾਰਸੀ ਅਰਬੀ ਦਾ ਸ਼ਬਦ ਹੈ। ਰਜ਼ਾ ਤੋਂ ਬਣਿਆ ਰਜ਼ਾਏ, ਮਰਜ਼ੀ। ਜਿੱਧਰ ਰੱਬ ਰਜ਼ਾਏ, ਵਹਿਣ ਤਿਜਾਊ ਗਉ ਕਰੇ। ਕੰਧੀ ਵਹਿਣ ਨਾ ਢਾਹੇ। ਫਰੀਦ ਸਾਹਿਬ ਨਦੀ ਦੇ ਵਹਿਣ ਨੂੰ, ਨਦੀ ਦੇ ਵਗਦੇ ਪਾਣੀ ਨੂੰ ਕਹਿੰਦੇ ਤੂੰ ਕਿਨਾਰਿਆਂ ਨੂੰ ਨਾ ਢਾਹ, ਤੂੰ ਕਿਨਾਰੇ। ਕਿਉਂਕਿ ਜੋ ਜ਼ੋਰ ਦੀਆਂ ਛੱਲਾਂ ਆਉਂਦੀਆਂ ਦਰਿਆ 'ਚ, ਉਹ ਕਿਨਾਰੇ ਖੁਰਦੇ ਰਹਿੰਦੇ ਨੇ, ਖੁਰਦੇ ਰਹਿੰਦੇ ਨੇ। ਤ੍ਰੇਤੇ ਯੁੱਗ ਦੇ ਵਿੱਚ ਲੰਕਾ ਦਾ ਅਤੇ ਭਾਰਤ ਦਾ ਬਹੁਤ ਥੋੜ੍ਹਾ ਫਰਕ ਸੀ। ਹੁਣ ਤਾਂ 22 ਕਿਲੋਮੀਟਰ ਦਾ ਫਰਕ ਆਪਸ 'ਚ। ਹੁਣ ਭਾਰਤ ਦਾ ਜਿਹੜਾ ਆਖਰੀ ਕਿਨਾਰਾ ਹੈ ਅਤੇ ਲੰਕਾ ਦਾ ਉਰਲਾ ਕਿਨਾਰਾ ਹੈ, ਉਹ 22 ਕਿਲੋਮੀਟਰ ਦਾ ਵਿੱਚ ਡਿਸਟੈਂਸ ਹੈ। ਪਰ ਪਹਿਲਾਂ ਕੁਝ ਕੋਈ ਫਰਕ ਹੁੰਦਾ ਸੀ। ਇੰਨੇ ਹਜ਼ਾਰ ਸਾਲਾਂ ਦੇ ਵਿੱਚ ਜਿਹੜਾ ਹੈ ਉਹ ਸਮੁੰਦਰ ਦੇ ਪਾਣੀ ਨੇ ਉਹ ਖੋਰਦਾ ਰਿਹਾ ਦੋਨਾਂ ਪਾਸਿਆਂ ਨੂੰ, ਖੋਰ ਕੇ 22 ਕਿਲੋਮੀਟਰ ਚੌੜਾ ਹੋ ਗਿਆ। ਰਾਮ ਚੰਦਰ ਜੀ 22 ਕਿਲੋਮੀਟਰ ਚੌੜਾ ਪੁਲ ਨਹੀਂ ਸੀ ਬਣਾਇਆ, ਉਦੋਂ ਨੇੜੇ ਹੀ ਸੀ। ਦੋਨੋਂ ਦੇਸ਼ ਨੇੜੇ ਹੀ ਸਨ ਅਤੇ ਇਸ ਲਈ ਉਹਨਾਂ ਨੇ ਉੱਥੇ ਪੁਲ ਬਣਾ ਲਿਆ ਵੀ ਚੱਲ ਪਏ ਫੌਜਾਂ ਲੱਗ ਜਾਣਗੀਆਂ।
ਕਿ ਸਮਾਂ ਪਾ ਕੇ ਪਾਣੀ ਜਿਹੜਾ ਹੈ ਖੋਰਦਾ ਰਹਿੰਦਾ ਹੈ ਧਰਤੀ ਨੂੰ। ਹੁਣ ਇਹੀ ਇੱਥੇ ਦੱਸਿਆ, ਕੰਧੀ ਵਹਿਣ ਨਾ ਢਾਹੇ। ਵਹਿਣ ਨੂੰ ਕਹਿ ਰਹੇ ਗੁਰੂ ਮਹਾਰਾਜ ਵੀ ਹੇ ਨਦੀ, ਇਹ ਨਦੀ ਦੇ ਜਿਹੜਾ ਪਾਣੀ ਦਾ ਵਹਿਣ ਭਾਵ ਨਦੀ 'ਚ ਪਾਣੀ ਚੱਲ ਰਿਹਾ ਉਹਨੂੰ ਕਹਿ ਵਹਿਣ। ਹੇ ਵਹਿਣ ਤੂੰ ਕਿਨਾਰਿਆਂ ਨੂੰ ਨਾ ਢਾਹ, ਤੋਪੀ ਲੇਖਾ ਦੇਵਨਾ। ਤੈਨੂੰ ਵੀ ਹਿਸਾਬ ਕਿਤਾਬ ਦੇਣਾ ਪੈਣਾ, ਤੈਨੂੰ ਹਿਸਾਬ ਕਿਤਾਬ ਦੇਣਾ ਪੈਣਾ। ਫਿਰ ਆਪ ਹੀ ਕਹਿੰਦੇ ਜਿੱਧਰ ਰੱਬ ਰਜ਼ਾਏ ਵਹਿਣ ਤੇ ਦਾਉ ਗਉ ਕਰੇ। ਪਰ ਜਿੱਧਰ ਰੱਬ ਦੀ ਰਜ਼ਾ ਹੈ, ਇਸ ਪਾਣੀ ਦੇ ਵਹਿਣ ਨੇ ਤਾਂ ਉਧਰ ਨੂੰ ਜਾਣਾ। ਪਾਣੀ ਦੇ ਵਹਿਣ ਨੇ ਉਧਰ ਨੂੰ ਜਾਣਾ ਜਿੱਧਰ ਪਰਮਾਤਮਾ ਦੀ ਰਜ਼ਾ ਹੈ। ਉਹ ਆਪਣੀ ਮਰਜ਼ੀ ਨਹੀਂ ਕਰ ਰਿਹਾ, ਕਿਸੇ ਉਹਨੂੰ ਕਹਿੰਦੇ ਕੀ ਦੋਸ਼ ਦੇਣਾ। ਹੁਣ ਨਹੀਂ ਤੇ ਜੇ ਆਪਣੀ ਮਰਜ਼ੀ ਕਰੋਗੇ ਫਿਰ ਕਿ ਤੁਹਾਨੂੰ ਹਿਸਾਬ ਕਿਤਾਬ ਦੇਣਾ ਪਏਗਾ। ਜੇ ਤਾਂ ਅਸੀਂ ਗੁਰਬਾਣੀ ਦੀ ਮਰਜ਼ੀ ਅਨੁਸਾਰ ਕਰਮ ਕਰੀ ਜਾਵਾਂਗੇ ਫਿਰ ਸਾਨੂੰ ਕੋਈ ਹਿਸਾਬ ਕਿਤਾਬ ਨਹੀਂ ਦੇਣਾ ਪਏਗਾ, ਫਿਰ ਨਹੀਂ ਦੇਣਾ ਪਏਗਾ। ਕਿਉਂ ਗੁਰੂ ਮਹਾਰਾਜ ਸਾਡੇ ਤੋਂ ਗਲਤ ਕੰਮ ਹੀ ਨਹੀਂ ਕਰਾਉਣਾ, ਹਿਸਾਬ ਕਿਤਾਬ ਤਾਂ ਦੇਣਾ ਪਏ ਜੇ ਅਸੀਂ ਗਲਤ ਕੰਮ ਕਰੀਏ। ਜਦੋਂ ਅਸੀਂ ਆਪਣੀ ਮੱਤ ਅਨੁਸਾਰ ਕੰਮ ਕਰਨਾ ਹੈ ਫਿਰ ਗਲਤ ਹੋ ਸਕਦਾ, ਕਿਉਂਕਿ ਗੁਰੂ ਦੀ ਮੱਤ ਤੇ ਰੱਬੀ ਮੱਤ ਹੁੰਦੀ ਹੈ, ਉਹਨਾਂ ਕੋਲ ਤਾਂ ਵਿਵੇਕ ਬੁੱਧ ਹੁੰਦੀ ਹੈ। ਜਦੋਂ ਵਿਵੇਕ ਬੁੱਧ ਸਾਡੇ ਅੰਦਰ ਪੈਦਾ ਹੋ ਜਾਏਗੀ, ਅਸੀਂ ਕੁਝ ਵੀ ਗਲਤ ਕਰ ਹੀ ਨਹੀਂ ਸਕਦੇ, ਨਾ ਸੋਚਾਂਗੇ ਨਾ ਕਰਾਂਗੇ। ਪਰ ਸਾਡੇ ਅੰਦਰ ਵਿਵੇਕ ਬੁੱਧ ਨਹੀਂ, ਸਾਡੇ ਅੰਦਰ ਆਪਣੀ ਮੱਤ ਹੈ, ਮਨ ਮੱਤ ਹੈ। ਆਪਣੀ ਮੱਤ ਅਨੁਸਾਰ ਜਦੋਂ ਅਸੀਂ ਕਰਮ ਕਰਾਂਗੇ ਫਿਰ ਸਾਡੇ ਤੋਂ ਗਲਤ ਹੋਣਗੇ ਅਤੇ ਫਿਰ ਸਾਨੂੰ ਹਿਸਾਬ ਕਿਤਾਬ ਦੇਣਾ ਪਏਗਾ, ਫਿਰ ਹਿਸਾਬ ਕਿਤਾਬ ਦੇਣਾ ਪਏਗਾ। ਇਸ ਲਈ ਅਸੀਂ ਜੋ ਵੀ ਕਰਮ ਕਰਨਾ ਹੈ ਉਹ ਗੁਰਬਾਣੀ ਅਨੁਸਾਰ ਕਰਨਾ, ਤਾਂ ਜੋ ਸਾਨੂੰ ਕੋਈ ਸਜ਼ਾ ਹੀ ਨਾ ਮਿਲੇ। ਨਹੀਂ ਤਾਂ ਫਿਰ ਜਿਵੇਂ ਉਹਨੂੰ ਪਹਿਲਾਂ ਵਹਿਣ ਕਹਿੰਦੇ ਵੀ ਹੇ ਵਹਿਣ ਤੂੰ ਕਿਨਾਰਿਆਂ ਨੂੰ ਨਾ ਢਾਹ, ਤੈਨੂੰ ਹਿਸਾਬ ਕਿਤਾਬ ਦੇਣਾ ਪੈਣਾ। ਫਿਰ ਉਹ ਕਹਿੰਦੇ ਵੀ ਇਹ ਕਿਹੜਾ ਕੋਈ ਮਨੁੱਖ ਹੈ, ਇਹਦੇ ਅੰਦਰ ਕਿਹੜਾ ਕੋਈ ਸੋਚ ਸ਼ਕਤੀ ਹੈ, ਇਹ ਕਿਹੜਾ ਕੋਈ ਆਪਣੀ ਮਰਜ਼ੀ ਕਰ ਰਿਹਾ ਹੈ। ਜਿਵੇਂ ਪਸ਼ੂਆਂ ਨੂੰ, ਪੰਛੀਆਂ ਨੂੰ, ਕੀੜਿਆਂ ਮਕੌੜਿਆਂ ਨੂੰ ਕੋਈ ਹਿਸਾਬ ਕਿਤਾਬ ਨਹੀਂ ਦੇਣਾ ਪੈਂਦਾ, ਉਹ ਕੋਈ ਹਿਸਾਬ ਕਿਤਾਬ ਨਹੀਂ ਦੇਣਾ ਪੈਂਦਾ, ਕਿਉਂਕਿ ਉਹ ਆਪਣੀ ਮਰਜ਼ੀ ਹੀ ਨਹੀਂ ਕਰ ਰਹੇ, ਉਹ ਆਪਣੀ ਮਰਜ਼ੀ ਨਹੀਂ ਕਰ ਰਹੇ, ਉਹ ਕੁਦਰਤ 'ਤੇ ਨਿਰਭਰ ਨੇ। ਮਨੁੱਖ ਦੇ ਅੰਦਰ ਹਉਮੈ ਹੋਣ ਕਰਕੇ ਇਹ ਕੁਦਰਤ 'ਤੇ ਨਿਰਭਰ ਨਹੀਂ ਹੈ, ਇਹ ਉਸ 'ਤੇ ਨਿਰਭਰ ਨਹੀਂ। ਤੁਹਾਡਾ ਛੋਟਾ ਬੱਚਾ ਹੈ ਤੁਹਾਡੇ 'ਤੇ ਨਿਰਭਰ ਹੈ, ਜਦੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਫਿਰ ਦੇਖਿਆ ਕਰੋ ਉਹਨੇ ਲੱਤਾਂ ਚੌੜੀਆਂ ਕੀਤੀਆਂ ਨਹੀਂ, ਇਹਨੂੰ ਢਾਕ ਕਹਿੰਦੇ ਨੇ, ਅਤੇ ਐਂ ਹੱਥ ਕੀਤੇ ਹੁੰਦੇ ਨੇ, ਇੱਕ ਲੱਤ ਥੋੜ੍ਹੀ ਜਿਹੀ ਅੱਗੇ ਹੁੰਦੀ ਇੱਕ ਪਿੱਛੇ ਹੁੰਦੀ, ਉਹਦੀ ਪੋਜੀਸ਼ਨ ਵੇਖਣ ਵਾਲੀ ਹੁੰਦੀ ਵੀ ਉਹ ਅੰਦਰ ਹਉਮੈ ਹੈ ਨਾ ਵੀ ਮੈਂ ਆਪਣੀ ਮਰਜ਼ੀ ਕਰ, ਤੂੰ ਮੈਨੂੰ ਕਿ ਮੰਮਾ ਸਮਝ ਰੱਖਿਆ ਹੈ ਨਹੀਂ। ਉਦੋਂ ਫਿਰ ਉਹਦੇ ਆਪਣੇ ਕਰਮ ਸ਼ੁਰੂ ਹੋ ਜਾਂਦੇ ਨੇ, ਉਸ ਤੋਂ ਬਾਅਦ ਉਹਦੇ ਆਪਣੇ ਕਰਮ ਸ਼ੁਰੂ ਹੋ ਜਾਂਦੇ ਨੇ, ਫਿਰ ਉਹ ਕਰਮ ਕਰੀ ਜਾਂਦਾ, ਭਰੀ ਜਾਂਦਾ। ਮੰਨ ਲਓ ਬੱਚਾ ਮਾਂ ਪਿਓ, ਜਿਵੇਂ ਮਾਂ ਪਿਓ ਕਹਿੰਦੇ ਉਵੇਂ ਕਰਦਾ ਹੈ, ਮਾਂ ਪਿਓ ਨੇ ਕੋਈ ਗਲਤ ਕੰਮ ਲਈ ਬੱਚੇ ਨੂੰ ਕਹਤਾ, ਬੱਚੇ ਨੂੰ ਗਲਤ ਕੰਮ ਵੀ ਕਰਤਾ, ਸਜ਼ਾ ਬੱਚੇ ਨੂੰ ਮਿਲੇਗੀ, ਪਰਮਾਤਮਾ ਸਜ਼ਾ ਮਾਂ ਪਿਓ ਨੂੰ ਦੇਵੇਗਾ। ਵੀ ਤਾਂ ਤੁਹਾਡਾ ਆਗਿਆਕਾਰ ਸੀ, ਤੁਸੀਂ ਕਿਹਾ ਇਹਨੂੰ ਇਸ ਤਰ੍ਹਾਂ ਕਰ, ਤੁਸੀਂ ਕਿਉਂ ਗਲਤ ਕਿਹਾ, ਤੁਸੀਂ ਕਿਉਂ ਗਲਤ ਕਿਹਾ। ਜੇ ਮੈਂ ਕਿਸੇ ਨੂੰ ਉਕਸਾ ਦਿੰਦਾ ਵੀ ਇਹਨੂੰ ਮਾਰ ਦੇ, ਮੈਂ ਤੈਨੂੰ ਛੁਡਾ ਲਾਂਗਾ, ਮੇਰੀ ਅਪਰੋਚ ਹੈ, ਪਰਵਾਹ ਨਾ ਕਰ, ਚੱਕ ਇੰਨੇ ਪੈਸੇ, ਉਹ ਫੜਿਆ ਜਾਂਦਾ, ਉਹਦਾ ਕੁਟਾਪਾ ਹੁੰਦਾ, ਉਹ ਕਿ ਮੈਨੂੰ ਤਾਂ ਫਲਾਣੇ ਨੇ ਕਿਹਾ ਸੀ, ਉਹਨੂੰ ਫੜ ਕੇ ਲੈ ਜਾਂਦੀ ਸਰਕਾਰ, ਆ ਜਾ ਬਈ ਬਈ ਤੂੰ ਵੀ ਤਾਂ ਕਸੂਰ ਹੈ ਕਿਉਂਕਿ ਤੂੰ ਕਿਹਾ। ਹੁਣ ਮਾਂ ਪਿਓ ਤੇ ਗਲਤ ਕੰਮ ਕਹਿ ਸਕਦੇ ਨੇ, ਉਹ ਬਾਪੂ ਪੀ ਰਿਹਾ ਜਵਾਕ ਨੇ, ਤੂੰ ਹੀ ਘੁੱਟ ਪੀ ਲੈ, ਮੈਂ ਦਰ ਦੇਖ ਕੇ ਮੈਂ ਆਹੀ ਕੋਈ ਦੇਖ ਤਮਾਸ਼ੇ ਵੇਖਦੇ ਰਹੇ, ਉਹ ਤੂੰ ਪੀ ਲੈ, ਉਹ ਲੈਦੇ ਪੀਣ, ਵਾਪਰੇ ਗਿਆ, ਉਹਨੂੰ ਕਿਹਾ ਚੰਗੀ ਗੱਲ ਹੋਣੀ, ਉਹ ਪੀਣ ਲੱਗਦਾ। ਤਾਂ ਕਸੂਰਵਾਰ ਬਾਪ ਹੈ ਵੀ ਉਹਨੇ ਉਸ ਨੂੰ ਪੁੱਠੇ ਪਾਸੇ ਲਾਇਆ। ਬਾਪ ਦੇ ਬਾਪ ਨੇ ਕਿਉਂ ਕਿਹਾ ਪੀ ਲੈ, ਕਿਉਂਕਿ ਬਾਪ 'ਚ ਆਪਣੀ ਮੱਤ ਹੈ, ਉਹਦੀ ਮਨ ਮੱਤ ਹੈ, ਉਹਦੀ ਗੁਰਮੱਤ ਤਾਂ ਹੈ ਨਹੀਂ।
ਜੇ ਗੁਰਮਤਿ ਹੁੰਦੀ ਤਾਂ ਨਾ ਆਪ ਪੀਂਦਾ ਨਾ ਬਚਰ ਪੀਣ ਨੂੰ ਕਹਿੰਦਾ। ਉਹ ਤਾਂ ਮਨ ਮਤੀਆ ਸੀ, ਆਪ ਵੀ ਪੀਂਦਾ ਬਚਰ ਪੀਣ ਲੱਗਾ। ਗੁਰੂ ਦੀ ਮੱਤ ਰੱਬੀ ਮੱਤ ਹੁੰਦੀ। ਗੁਰੂ ਮਹਾਰਾਜ ਨੇ ਸਾਨੂੰ ਗਲਤ ਕਹਿਣੀ ਨਹੀਂ ਹੈ। ਇਸ ਲਈ ਜਿਹੜਾ ਗੁਰਬਾਣੀ ਅਨੁਸਾਰ ਕਰਮ ਕਰਦਾ ਰਹਿੰਦਾ ਉਹਨੂੰ ਜਮਦੂਤ ਕੁਛ ਵੀ ਨਹੀਂ ਕਹਿੰਦੇ, ਉਹਨੂੰ ਕੋਈ ਸਜ਼ਾ ਨਹੀਂ ਮਿਲਦੀ, ਕਿਉਂਕਿ ਉਹਨੇ ਗਲਤ ਕੰਮ ਵੀ ਨਹੀਂ ਕਰਨਾ ਹੈ। ਸੋ ਬਾਕੀ ਜਿਹੜਾ ਹੈ ਦਰਿਆ ਹੈ, ਇਹਦੇ 'ਚ ਆਪਣੀ ਮੱਤ ਤਾਂ ਹੈ ਨਹੀਂ। ਇਸ ਲਈ ਫਿਰ ਕਹਿੰਦੇ ਭਾਈ ਆਪ ਹੀ ਕਹਿੰਦੇ ਇਹ ਤਾਂ ਕੀ ਕਸੂਰ ਹੈ, ਇਹ ਤਾਂ ਪਰਮਾਤਮਾ ਦੀ ਰਜ਼ਾ ਅਨੁਸਾਰ ਚੱਲ ਰਿਹਾ ਹੈ। ਜੋ ਕਿਨਾਰੇ ਢਾਹ ਵੀ ਰਿਹਾ ਹੈ ਤਾਂ ਉਸਦਾ ਕੋਈ ਕਸੂਰ ਨਹੀਂ ਮੰਨਿਆ ਜਾਂਦਾ ਉਹਦਾ, ਕਿਉਂਕਿ ਉਸ ਨੂੰ ਸਾਡੇ ਵਾਂਗੂ ਸੋਝੀ ਨਹੀਂ ਹੈ। ਅੱਗੇ ਫਰੀਦ ਸਾਹਿਬ ਕਹਿੰਦੇ ਫਰੀਦਾ ਦੁੱਖਾਂ ਸੇਤੀ ਦੇਹ ਗਿਆ। ਇਹਨੂੰ ਦਿਓ ਨਹੀਂ ਪੜ੍ਹਨਾ, ਦਿਓ ਨਹੀਂ ਪੜ੍ਹਨਾ। ਦੇ ਹਾਏ ਨੌਕਰ ਇਸ ਲੱਗਿਆ ਵੀ ਇੱਕ ਦਿਨ, ਜੇ ਬਹੁਤਾ ਹੁੰਦਾ ਫਿਰ ਇਕੱਲਾ ਦੇ ਹੋਣਾ ਸੀ, ਹਾਏ ਨੌਕਰ ਨਹੀਂ ਸੀ ਲੱਗਣਾ। ਦੇ ਮੈਨੇ ਤਾਂ ਦਿਨ। ਫਰੀਦਾ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ। ਖੜਾ ਪੁਕਾਰੇ ਪਾਤਨੀ, ਬੇੜਾ ਕੱਪਰਵਾਤ। ਦੁੱਖਾਂ ਦੁੱਖਾਂ, ਦੁੱਖ ਨੂੰ ਲਿਖਿਆ ਦੁੱਖਾਂ। ਦੇ ਮੈਨੇ ਦਿਨ, ਸੂਲ ਦੁੱਖ ਨੂੰ ਕਹਿੰਦੇ ਨੇ। ਇੱਕ ਸਰੀਰਕ ਦੁੱਖ ਹੁੰਦਾ ਹੈ, ਇੱਕ ਮਾਨਸਿਕ ਦੁੱਖ ਹੁੰਦਾ ਹੈ। ਜੇ ਮਾਨਸਿਕ ਦੁੱਖ ਨੇ ਉਹਨਾਂ ਨੂੰ ਸੂਲ ਕਿਹਾ ਹੋਇਆ ਹੈ, ਉਹਨੂੰ ਸੰਤਾਪ ਵੀ ਕਹਿੰਦੇ ਨੇ। ਦੁੱਖ ਹੈ, ਸਰੀਰ ਨੂੰ ਦੁੱਖ ਹੈ, ਪਰ ਮਨ ਵੀ ਦੁਖੀ ਹੋ ਰਿਹਾ ਹੈ, ਕਿਉਂਕਿ ਸਾਡਾ ਸਰੀਰ ਅਤੇ ਸਾਡਾ ਮਨ ਆਪਸ ਜੁੜੇ ਹੋਏ ਨੇ। ਜਦੋਂ ਬ੍ਰਹਮ ਗਿਆਨ ਦਾ ਸਰੀਰ ਅਤੇ ਮਨ ਅੱਡ ਅੱਡ ਹੋਏ ਨੇ। ਸਰੀਰ ਦੇ ਦੁੱਖ ਦਾ ਮਨ 'ਤੇ ਕੋਈ ਅਸਰ ਨਹੀਂ ਹੁੰਦਾ, ਮਨ ਸ਼ਾਂਤ ਚਿੱਤ ਰਹਿੰਦਾ ਹੈ। ਪੰਚਮ ਪਾਤਸ਼ਾਹ ਠੀਕ ਹੈ, ਸਰੀਰ ਨੂੰ ਕਿੰਨੇ ਦੁੱਖ ਦਿੱਤੇ ਉਹਨਾਂ ਨੇ। ਤੱਤਾ ਤੱਤੀ ਤਵੀ 'ਤੇ ਬਿਠਾਇਆ, ਤੱਤਾ ਤੱਤਾ ਰੇਤਾ ਵੀ ਸਿਰ 'ਤੇ ਪਾਇਆ, ਉਬਲਦੇ ਪਾਣੀ 'ਚ ਵੀ ਬਿਠਾਇਆ, ਪਰ ਉਹਨਾਂ ਦਾ ਮਨ ਸਰੀਰ ਤੋਂ ਅੱਡ ਹੋ ਚੁੱਕਾ ਸੀ। ਇਸ ਲਈ ਉਹਦਾ ਮਨ ਸ਼ਾਂਤ ਸੀ, ਉਹ ਦੁਖੀ ਨਹੀਂ ਹੋ ਰਿਹਾ। ਸਾਡਾ ਮਨ ਅਤੇ ਸਰੀਰ ਜੁੜਿਆ ਹੋਇਆ ਹੈ। ਸਰੀਰ ਦਾ ਦੁੱਖ ਮਨ 'ਤੇ ਅਸਰ ਪੈਂਦਾ, ਮਨ ਦੇ ਦੁੱਖ ਦਾ ਸਰੀਰ 'ਤੇ ਅਸਰ ਪੈਂਦਾ ਹੈ। ਹੁਣ ਮੰਨ ਲਓ ਚੰਗਾ ਭਲਾ ਬੰਦਾ ਬੈਠਾ ਹੈ ਸਤਸੰਗ 'ਚ, ਉਹ ਮੋਬਾਇਲ 'ਚ ਸੁਨੇਹਾ ਆ ਜਾਂਦਾ ਵੀ ਤੇਰੀ ਮਦਰ ਦੀ ਡੈਥ ਹੋ ਗਈ। ਜਿੱਥੇ ਮਨ ਉਦਾਸ ਹੋ ਗਿਆ ਉੱਥੇ ਸਰੀਰ ਵੀ ਨਿਡਾਲ ਹੋ ਜਾਂਦਾ ਨਾਲ ਦੀ ਨਾਲ ਸੁਣਦੇ ਸਾਰ। ਅਗਰ ਸੁਨੇਹਾ ਆ ਗਿਆ ਕਿ ਤੇਰੀ 1.5 ਕਰੋੜ ਦੀ ਲਾਟਰੀ ਨਿਕਲ ਗਈ ਹੈ, ਮਨ ਵੀ ਖੁਸ਼, ਸਰੀਰ ਵੀ ਐਕਟਿਵ ਹੋ ਜਾਂਦਾ, ਉਹਦੀ ਐਕਟਿਵ ਹੋ ਜਾਂਦਾ। ਵਿਆਹਾਂ 'ਚ ਜਾ ਕੇ ਮਨ ਖੁਸ਼ ਹੈ, ਸਰੀਰ ਨੱਚਦਾ ਨਾ। ਮੜੀਆਂ 'ਚ ਮਨ ਉਦਾਸ ਹੈ, ਸਰੀਰ ਨਹੀਂ ਨੱਚਦਾ, ਕਿਉਂਕਿ ਸਾਡਾ ਮਨ ਅਤੇ ਸਰੀਰ ਜੁੜੇ ਹੋਏ ਹਨ। ਸਰੀਰ ਦਾ ਮਨ 'ਤੇ ਅਸਰ ਹੁੰਦਾ, ਮਨ ਦਾ ਸਰੀਰ 'ਤੇ ਅਸਰ ਹੁੰਦਾ। ਜਦੋਂ ਸਾਡੇ 'ਚ ਕੋਈ ਬ੍ਰਹਮ ਗਿਆਨੀ ਹੋ ਜਾਏਗਾ ਫਿਰ ਉਹਦਾ ਮਨ ਦਾ ਸਰੀਰ 'ਤੇ, ਸਰੀਰ ਦਾ ਮਨ 'ਤੇ ਕੋਈ ਅਸਰ ਨਹੀਂ, ਕੋਈ ਸ਼ਾਂਤ ਚਿੱਤ ਰਹਿੰਦਾ ਹੈ। ਕਿੱਡੇ ਵੱਡੇ ਭਾਰੀ ਦੁੱਖ ਕਿਉਂ ਨਾ ਉਹਨਾਂ ਨੂੰ ਆ ਜਾਣ। ਇਸ ਲਈ ਫਰੀਦ ਸਾਹਿਬ ਕਹਿੰਦੇ ਫਰੀਦਾ ਦੁੱਖਾਂ ਸੇਤੀ ਦੇਹ ਗਿਆ, ਸੂਲਾਂ ਸੇਤੀ ਰਾਤ। ਖੜਾ ਪੁਕਾਰੇ ਪਾਤਨੀ, ਪਾਤਨੀ ਦਾ ਮਿਲਾ, ਜਿਹੜਾ ਬੇੜੀ ਨੂੰ ਚਲਾਉਣ ਵਾਲਾ ਹੈ ਉਹਨੂੰ ਪਾਤਨ ਕਹਿੰਦੇ, ਮਿਲਾ। ਖੜਾ ਪੁਕਾਰੇ ਪਾਤਨੀ, ਬੇੜਾ ਕੱਪਰਵਾਤ। ਕੱਪਰ ਹੁੰਦਾ ਪਾਣੀ ਦੇ ਵਿੱਚ ਜਿਹੜਾ ਤੂਫਾਨ ਆ ਜਾਂਦਾ, ਉੱਚੀ ਉੱਚੀ ਛੱਲਾਂ ਉੱਠਦੀਆਂ। ਕਈ ਵਾਰ ਬਹੁਤ ਤੇਜ਼ ਹਵਾ ਚੱਲ ਪਏ ਤਾਂ ਪਾਣੀ ਦੀਆਂ ਛਿੱਲਾਂ ਉੱਠਦੀਆਂ, ਫਿਰ ਹਾਂਜੀ ਉਹਨੂੰ ਕੱਪਰ ਕਹਿੰਦੇ। ਵਾਤ ਦਾ ਮੂੰਹ ਵਿੱਚ, ਕਹਿੰਦੇ ਜਿਹੜਾ ਬੇੜਾ ਹੈ ਇਹ ਪਾਣੀ ਦੀਆਂ ਛੱਲਾਂ ਦੇ ਵਿੱਚ ਮੂੰਹ ਵਿੱਚ ਹੈ। ਭਾਵ ਬੇੜਾ ਪਾਣੀ 'ਚ ਕਿਸੇ ਵੇਲੇ ਵੀ ਫਸ ਸਕਦਾ ਹੈ। ਅਤੇ ਪਾਤਰੀ ਜਿਹੜਾ ਮਲਾਹ ਹੈ ਇਹ ਪੁਕਾਰ ਕੇ ਕਹਿ ਰਿਹਾ ਕਿ ਭਾਈ ਅੱਗੇ ਜਿਹੜਾ ਹੈ ਝੱਖੜ ਚੱਲ ਰਿਹਾ, ਸਾਵਧਾਨ ਰਹੋ, ਨਹੀਂ ਤਾਂ ਤੁਹਾਡੇ ਸਰੀਰ ਰੂਪੀ ਬੇੜਾ ਇਹਨਾਂ ਬੁਰਾਈਆਂ ਰੂਪੀ ਝੱਖੜ 'ਚ ਫਸ ਜਾਣਾ ਹੈ, ਇਹ ਤਾਂ ਫਸ ਜਾਣਾ।
ਹੁਣ ਬੰਦਾ ਜਿਹੜਾ ਹੈ ਇਸ ਚੀਜ਼ ਦੀ ਪਰਵਾਹ ਨਹੀਂ ਕਰਦਾ, ਫਿਰ ਤਾਂ ਦੁੱਖਾਂ ਸੇਤੀ ਦੇ ਗਿਆ, ਸਾਰਾ ਦਿਨ ਦੁੱਖਾਂ 'ਚ ਬੀਤ ਜਾਂਦਾ, ਸੂਲਾਂ ਸੇਤੀ ਰਾਤ। ਉਹ ਜਿਹੜਾ ਮਾਨਸਿਕ ਦੁੱਖ ਕਾਰਨ ਰਾਤ ਬੀਤ ਜਾਂਦੀ, ਦਿਨੇ ਸਰੀਰਕ ਦੁੱਖ ਕਾਰਨ, ਰਾਤ ਨੂੰ ਮਾਨਸਿਕ ਦੁੱਖ ਕਾਰਨ ਰਾਤ ਬੀਤ ਜਾਂਦੀ ਹੈ। ਹਾਲਾਂਕਿ ਗੁਰੂ ਰੂਪੀ ਮਿਲਾ ਤੇ ਸਾਨੂੰ ਸੁਚੇਤ ਕਰਿਆ ਕਿ ਭਾਈ ਤੁਹਾਡੇ ਸਰੀਰ ਰੂਪੀ ਬੇੜੀ ਤੂਫਾਨ 'ਚ ਫਸਣ ਵਾਲੀ ਹੈ, ਬਚ ਕੇ ਰਹੋ। ਬਾਣੀ ਦੇ ਪੁਕਾਰ ਪੁਕਾਰ ਕੇ ਕਹਿ ਰਹੀ ਹੈ, ਕੋਈ ਮੰਨਦਾ ਹੀ ਨਹੀਂ ਹੈਗਾ, ਮੰਨਦਾ ਨਹੀਂ ਬਣਾ। ਗਿਆਨ ਵੀ ਕਈ ਵਾਰੀ ਹੋ ਜਾਂਦਾ ਹੈ, ਪਰ ਇਹਦੀ ਪਈਆਂ ਮਗਰਲੀਆਂ ਪਈਆਂ ਹੋਈਆਂ ਆਦਤਾਂ ਕਾਰਨ ਇਹ ਮਜਬੂਰ ਹੈ। ਗਿਆਨ ਹੋਣ ਦੇ ਬਾਵਜੂਦ ਵੀ ਇਹ ਗਲਤ ਕੰਮ ਕਰਦਾ ਰਹਿੰਦਾ ਹੈ। ਪਾਤਨੀ ਜਿਹੜਾ ਇੱਥੇ ਗੁਰੂ ਤੋਂ ਭਾਵ ਹੈ, ਜਿਹੜਾ ਸਾਡੇ ਸਰੀਰ ਰੂਪੀ ਬੇੜੀ ਨੂੰ ਚਲਾਉਣ ਵਾਲਾ ਹੈ, ਉਹ ਤਾਂ ਖੜਾ ਪੁਕਾਰੇ, ਉਹ ਤਾਂ ਪੁਕਾਰ ਰਿਹਾ ਹੈ ਕਿ ਤੁਹਾਡਾ ਜਿਹੜਾ ਹੈ ਸਰੀਰ ਰੂਪੀ ਬੇੜਾ ਕੱਪਰਵਾਦ ਇਹ ਤੂਫਾਨਾਂ ਦੇ ਵਿੱਚ ਫਸਣ ਵਾਲਾ ਹੈ, ਭਾਈ ਸਾਵਧਾਨ ਹੋ ਜਾਓ। ਕਹਿੰਦੇ ਠੀਕ, ਦਿਨ ਤਾਂ ਤੁਹਾਡਾ ਦੁੱਖਾਂ 'ਚ ਬੀਤ ਗਿਆ, ਰਾਤ ਮਾਨਸਿਕ ਦੁੱਖਾਂ 'ਚ ਬੀਤ ਗਈ ਹੈ, ਅਤੇ ਤੁਸੀਂ ਜਿਹੜਾ ਹੈ ਐਂ ਸਮਝੋ ਕਿ ਤੁਹਾਡਾ ਸਰੀਰ ਤੂਫਾਨ ਦੇ ਵਿੱਚ ਫਸਣ ਵਾਲਾ ਹੈ, ਵੀ ਸਾਵਧਾਨ ਹੋ ਜਾਓ। ਪੁਕਾਰਨ ਤੋਂ ਭਾਵ ਕਿਸੇ ਨੂੰ ਸਾਵਧਾਨ ਕਰਨਾ। ਜਿਹੜਾ ਸਾਵਧਾਨ ਹੋ ਗਿਆ ਉਹ ਫਿਰ ਇਸ ਤੂਫਾਨ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੀ ਲਹਿਰਾਂ ਨੇ ਇਹਨਾਂ 'ਚ ਬਚ ਜਾਂਦਾ, ਦੂਜੇ ਫਿਰ ਵਿੱਚ ਹੀ ਫਸ ਜਾਂਦੇ ਹਨ। ਲੰਮੀ ਲੰਮੀ ਨਦੀ ਵਹਿ ਕੰਧੀ ਤਾਂ ਦਿਨ ਬਿਹਾਰੀ ਬਿੰਦੀ। ਲੰਮੀ ਲੰਮੀ ਨਦੀ ਵਹਿ ਕੰਧੀ ਕੇਰੇ ਹੇਤ, ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਨ ਰਹਿ ਸੁਚੇਤ। ਨਦੀ ਦੇ ਕਹਿੰਦੇ ਬਹੁਤ ਲੰਮੀ ਵਗ ਰਹੀ ਹੈ, ਕਿਨਾਰਿਆਂ ਨੂੰ ਡੇਗ ਵੀ ਰਹੀ ਹੈ, ਕਿਉਂ ਨਦੀ ਦੇ ਕਿਨਾਰਿਆਂ ਨੂੰ ਡਿੱਗ ਰਹੀ, ਕੰਧੀ ਘੇਰੇ ਹੇਤ ਡੇਗਣ ਲਈ, ਕਿਨਾਰਿਆਂ ਨੂੰ ਖੋਰਨ ਲਈ, ਕਿਨਾਰਿਆਂ ਨੂੰ ਡੇਗਣ ਲਈ ਕਿ ਲੰਮੀ ਨਦੀ ਵਗ ਰਹੀ ਹੈ। ਭਾਵ ਸਾਡਾ ਜੀਵਨ ਲੰਮਾ ਹੈ, ਸਾਡੇ ਜਿਹੜਾ ਹੈ ਉਹ ਜਿਹੜਾ ਸਰੀਰ ਨੂੰ, ਮਨ ਨੂੰ ਨੁਕਸਾਨ ਪਹੁੰਚ ਰਿਹਾ ਹੈ। ਬੇੜੇ ਨੂੰ ਕੱਪਰ ਕਿਆ ਕਰੇ, ਪਰ ਸਾਡੇ ਸਰੀਰ ਰੂਪੀ ਬੇੜੇ ਨੂੰ ਇਹ ਨਦੀ ਦਾ ਜਿਹੜਾ ਤੂਫਾਨ ਹੈ ਇਹ ਕੁਝ ਨਹੀਂ ਵਿਗਾੜ ਸਕਦਾ ਜੇ ਪਾਤਨ ਰਹਿ ਸੁਚੇਤ, ਜੇ ਇਸ ਬੇੜੇ ਨੂੰ ਚਲਾਉਣ ਵਾਲਾ ਮਲਾਹ ਸੁਚੇਤ ਹੋਵੇ। ਮਨ ਸਾਡਾ ਮਲਾਹ ਹੈ, ਸਰੀਰ ਸਾਡਾ ਬੇੜਾ ਹੈ। ਜੇ ਤੇ ਮਨ ਸੁਚੇਤ ਹੈ ਫਿਰ ਤੇ ਬੁਰਾਈਆਂ ਰੂਪੀ ਤੂਫਾਨ ਤੋਂ ਸਾਡੇ ਸਰੀਰ ਨੂੰ ਬਚਾ ਕੇ ਰੱਖੇਗਾ। ਜੇ ਇਹ ਸੁਚੇਤ ਨਹੀਂ ਤਾਂ ਫਿਰ ਸਾਡਾ ਜਿਹੜਾ ਹੈ ਅਸੀਂ ਬੁਰਾਈਆਂ ਦੇ ਵਿੱਚ ਫਸ ਜਾਵਾਂਗੇ। ਆਹ ਭਾਵ ਹੈ। ਬਾਕੀ ਬੁਰਾਈਆਂ ਇੱਕ ਲੰਬੀ ਨਦੀ ਦੀ ਤਰ੍ਹਾਂ ਨੇ, ਜਿਵੇਂ ਨਦੀ ਕੰਢਿਆਂ ਨੂੰ ਖੋਰਦੀ ਹੈ, ਇਸ ਤਰ੍ਹਾਂ ਬੁਰਾਈਆਂ ਨੇ ਵੀ ਸਾਡਾ ਨੁਕਸਾਨ ਕਰਨਾ ਹੀ ਕਰਨਾ ਹੈ। ਪਰ ਜੇ ਮਨ ਰੂਪੀ ਮਲਾਹ ਸੁਚੇਤ ਰਹੇ ਤਾਂ ਫਿਰ ਸਾਡੇ ਸਰੀਰ ਰੂਪੀ ਬੇੜੇ ਨੂੰ ਇਹ ਬੁਰਾਈਆਂ ਕੁਝ ਨਹੀਂ ਕਹਿ ਸਕਦੀਆਂ। ਫਿਰ ਅਸੀਂ ਇਹਨਾਂ ਬੁਰਾਈਆਂ ਤੋਂ ਬਚ ਕੇ ਰਹਾਂਗੇ। ਅਤੇ ਮਨ ਸੁਚੇਤ ਤਾਂ ਹੀ ਰਹੇਗਾ ਜੇ ਅਸੀਂ ਮਨ ਨੂੰ ਨਾਮ ਬਾਣੀ ਨਾਲ ਜੋੜ ਕੇ ਰੱਖਾਂਗੇ। ਮਨ ਨੂੰ ਮਨ ਦੀ ਸਹੀ ਖੁਰਾਕ ਮਿਲਣੀ ਚਾਹੀਦੀ ਹੈ। ਸਰੀਰ ਨੂੰ ਵੀ ਤਾਂ ਖੁਰਾਕ ਤੁਸੀਂ ਦੇ ਰਹੇ ਹਾਂ, ਪਰ ਅਸੀਂ ਸਹੀ ਖੁਰਾਕ ਸਰੀਰ ਨੂੰ ਨਹੀਂ ਦੇ ਰਹੇ। ਸਾਨੂੰ ਤਾਂ ਇਹੀ ਨਹੀਂ ਪਤਾ ਕਿ ਸਾਡੇ ਸਰੀਰ ਨੂੰ ਕਿਸ ਖੁਰਾਕ ਦੀ ਲੋੜ ਹੈ, ਕਿਉਂਕਿ ਇਹੀ ਨਹੀਂ ਪਤਾ। ਅਤੇ ਮਨ ਦਾ ਕਿਹਨੂੰ ਪਤਾ ਹੋਣਾ? ਜੇ ਸਾਨੂੰ ਇਹ ਪਤਾ ਵੀ ਸਾਡੇ ਸਰੀਰ ਦੀ ਸਹੀ ਖੁਰਾਕ ਆ ਹੈ ਤਾਂ ਸਾਨੂੰ ਬਹੁਤ ਘੱਟ ਬਿਮਾਰੀਆਂ ਲੱਗਣ, ਬਹੁਤ ਘੱਟ ਬਿਮਾਰੀਆਂ ਲੱਗਣ। ਪਰ ਮਨੁੱਖ ਜਵਾਨੀ 'ਚ ਮਿੱਠਾ ਖਾਈ ਜਾ ਰਿਹਾ, ਉਹਦਾ ਕੋਟਾ ਗਿਆ ਮੁੱਕ ਜਵਾਨੀ ਜੀ। ਹੁਣ ਬੁਢਾਪੇ ਠੀਕ ਹੋ ਗਈ, ਸ਼ੂਗਰ, ਚੱਲ ਸਤਿ ਸ੍ਰੀ ਅਕਾਲ ਲੱਗਾ ਰਹੇ। ਸੌਵੇ ਜੀ ਆ, ਆਪਣਾ ਕੀ ਹੈ? ਜੀਭ ਦੇ ਸਵਾਦ ਮਗਰ ਖਾਈ ਗਿਆ, ਰੋਗ ਲੱਗ ਗਏ। ਜਦੋਂ ਲੋੜ ਤੋਂ ਵੱਧ ਖਾਵਾਂਗੇ ਫਿਰ ਕੀ ਹੋਏਗਾ? ਸਾਡੇ ਤੋਂ ਚਿਕਨਾਹਟ ਪੈਦਾ ਹੋ ਜਾਏਗੀ, ਜਿਹੜਾ ਹੈ ਅੰਦਰ ਚਿਕਨਾਹਟ ਹੋ ਜਾਏਗੀ। ਉਹਦੇ ਨਾਲ ਦਿਲ ਦੇ ਰੋਗ ਲੱਗ ਜਾਂਦੇ ਨੇ। ਕਹਿੰਦੇ ਜੀ ਕੋਲੈਸਟਰੋਲ ਵੱਧ ਗਏ ਨੇ ਜੀ। ਦੁੱਧ ਦੇ ਮਲਾਈਆਂ ਪਾ ਕੇ ਖਾਈ ਕੇ ਬੜੀ ਸਵਾਦ ਲੱਗਦੀ ਹੈ, ਪਤਲਾ ਦੁੱਧ ਸਵਾਦ ਲੱਗਦਾ ਹੈ। ਦੁੱਧ ਤੁਸੀਂ
ਹੁਣ ਤਾਂ ਆਪਾਂ ਫਰਿੱਜ 'ਚ ਰੱਖ ਦਿੰਦੇ ਹਾਂ, ਉਹਦੀ ਮਲਾਈ ਲਾ ਲੈਂਦੇ ਹਾਂ, ਸੁਆਣੀਆਂ ਰਿੜ ਕੇ ਘਿਓ ਬਣਾ ਲੈਂਦੀਆਂ ਨੇ ਵੀ ਚਲੋ। ਅਤੇ ਕਈ ਮੰਨ ਲਓ ਜੇ ਤੁਸੀਂ ਉਸੇ ਤਰ੍ਹਾਂ ਦੁੱਧ ਉਬਾਲ ਕੇ ਪੀਓ ਤਾਂ ਸੰਘਣਾ ਹੋਏਗਾ ਕਿ ਨਹੀਂ? ਪੀਂਦੇ ਰਹੋ। ਜੇ ਸਰੀਰ ਕੋਈ ਕਸਰਤ ਅਸੀਂ ਨਹੀਂ ਕਰਦੇ, ਸਰੀਰ ਤੋਂ ਕੰਮ ਨਹੀਂ ਲੈਂਦੇ ਤਾਂ ਚਿਕਨਾਹਟ ਹੋ ਜਾਂਦੀ, ਉਹਨੂੰ ਕਹਿੰਦੇ ਕੋਲੈਸਟਰੋਲ ਹੋ ਕਹਿੰਦੇ। ਜਦੋਂ ਨਾੜੀਆਂ 'ਚ ਕੋਲੈਸਟਰੋਲ ਵੱਧਦਾ ਹੈ, ਨਾੜੀਆਂ ਜਾਮ ਹੋ ਜਾਂਦੀਆਂ, ਸਾਨੂੰ ਹਾਰਟ ਅਟੈਕ ਹੋ ਜਾਂਦਾ। ਹੁਣ ਸਾਰੀ ਉਮਰ ਦਵਾਈਆਂ ਖਾਈ ਜਾਓ ਜੀ। ਜਦੋਂ ਵਧਣੇ ਸ਼ੁਰੂ ਹੁੰਦੇ, ਕਈ ਵਾਰੀ ਨਾ ਟਰੈਂਡ ਜਿਹਾ ਬਣ ਜਾਂਦੇ ਵਧਣ ਦਾ, ਫਿਰ ਉਹ ਕੈਪਸੂਲ ਲਾਦੇ ਨੇ, ਰੋਜ਼ ਰਾਤ ਨੂੰ ਸੌਣ ਵੇਲੇ ਇੱਕ ਖਾਇਆ ਕਰੋ ਜੀ, ਤੁਹਾਡਾ ਖੂਨ ਪਤਲਾ ਰਹੇ। ਫਿਰ ਖੂਨ ਪਤਲਾ ਰੱਖਣੇ ਖਾਂਦੇ। ਇਸ ਤਰ੍ਹਾਂ ਮਨੁੱਖ ਨੂੰ ਗਿਆਨ ਨਹੀਂ ਹੈ ਕਿ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ। ਇਸ ਕਰਕੇ ਨੂੰ ਸਰੀਰਕ ਲੋਕ ਐਂ ਹੀ ਹੈ। ਇਸ ਮਨੁੱਖ ਨੂੰ ਪਤਾ ਨਹੀਂ ਮਨ ਦੀ ਕੀ ਖੁਰਾਕ ਹੈ, ਇਹਨੂੰ ਪਤਾ ਨਹੀਂ। ਮਨ ਦੀ ਖੁਰਾਕ ਹੈ ਚੰਗੇ ਖਿਆਲ ਅਤੇ ਪਰਮਾਤਮਾ ਦੀ ਭਜਨ ਬੰਦਗੀ। ਚੰਗੇ ਖਿਆਲ ਦੇਣੇ ਮਨ ਨੂੰ, ਚੰਗੀਆਂ ਕਿਤਾਬਾਂ ਪੜ੍ਹਨੀਆਂ, ਚੰਗਿਆਂ ਦੀ ਸੰਗਤ ਕਰਨੀ ਹੈ, ਚੰਗੇ ਵਿਚਾਰ ਹੋਣ। ਫਿਰ ਜੇ ਨਾ ਬਣੇ, ਇਹ ਮਨ ਦੀ ਖੁਰਾਕ ਹੈ। ਫਿਰ ਮਨ ਵੀ ਤੰਦਰੁਸਤ ਹੋ ਜਾਏਗਾ, ਜੇ ਸਰੀਰ ਵੀ ਤੰਦਰੁਸਤ ਹੋ ਜਾਏਗਾ, ਆਪੇ ਫਿਰ ਠੀਕ ਹੋ ਜਾਏਗਾ। ਸੋ ਤਾਂ ਉਹ ਕਹਿ ਰਹੇ ਨੇ, ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੁੰਡੇਂਦੀ ਨਾ ਲਹਾਂ। ਧੁਖਾਂ, ਇਹਨੂੰ ਧੁੱਖਾਂ ਨਹੀਂ ਪੈਣਾ। ਧੁਖ ਅੱਗ ਧੁਖਦੀ ਰਹਿੰਦੀ, ਕਈ ਵਾਰੀ ਗਿੱਲੀ ਅੱਗ ਹੁੰਦੀ ਤਾਂ ਮੱਚਦੀ ਨਹੀਂ, ਧੁਖਦੀ ਰਹਿੰਦੀ। ਧੁਖਾਂ ਜਿਉਂ ਮਾਲੀ ਕਾਰਨ ਤਿੰਨਾ ਮਾਂ ਪਿਰੀ ਰਾਰਨ ਬਿਹਾਰੀ ਬਿੰਦੀ। ਪਿਰੀ ਇੱਕ ਵਚਨ ਹੁੰਦਾ, ਪਿਰੀ ਬਹੁਵਚਨ ਹੁੰਦੇ ਪਿਆਰੇ। ਮਲੀ ਹੁੰਦਾ ਅਤੇ ਗੋਹਾ ਪਾਥੀ ਥੱਪੀ ਤੁਸੀਂ, ਉਹ ਗਿੱਲੀ ਹੈ ਜੇ ਪੂਰੀ ਸੁੱਕੀ ਨਹੀਂ, ਉਹਨੂੰ ਭੋਰ ਲਓ, ਉਹ ਮਲੀ ਹੋ ਜਾਏਗੀ। ਉਹਨੂੰ ਤੁਸੀਂ ਅੱਗ ਲਾਓ, ਉਹ ਧੁਖਦੀ ਰਹੇਗੀ, ਮਚੇਗੀ ਨਹੀਂ। ਹੁੰਦਾ ਗੋਹਾ ਹੀ ਹੈ, ਥੋੜ੍ਹਾ ਗਿੱਲਾ ਰਹਿ ਗਿਆ, ਪਾਥੀ ਪੂਰੀ ਪੱਕੀ ਨਹੀਂ, ਗਿੱਲੀ ਰਹਿ ਗਈ ਹੈ। ਜਦੋਂ ਅਸੀਂ ਉਸਨੂੰ ਅੱਗ ਲਾਵਾਂਗੇ, ਉਹ ਮਚੇਗੀ ਨਹੀਂ, ਧੁਖਦੀ ਰਹੇਗੀ। ਇਸ ਤਰ੍ਹਾਂ ਕਈ ਵਾਰੀ ਜ਼ਿੰਦਗੀ ਐਸੀ ਹੈ ਕਿ ਧੁਖਦੀ ਰਹਿੰਦੀ ਹੈ। ਇਹ ਦੁੱਖ ਕਾਇਮ ਰਹਿੰਦਾ, ਦੁੱਖ ਮੁੱਕਦਾ ਹੀ ਨਹੀਂ ਹੈਗਾ। ਤਾਂ ਕਹਿੰਦੇ ਫਰੀਦਾ ਗੱਲੀ ਸੋ ਸੱਜਣ ਵੀ, ਗੱਲਾਂ ਬਾਤਾਂ ਤਾਂ ਬੜੇ ਸੱਜਣ ਨੇ। ਤਾਂ ਕਹਿੰਦੇ ਇਹ ਫਰੈਂਡ ਇਨ ਨੀਡ ਇਜ਼ ਏ ਫਰੈਂਡ ਇਨ ਡੀਡ। ਜਿਹੜਾ ਲੋੜ ਵੇਲੇ ਕੰਮ ਆਵੇ, ਅਸਲ ਮਿੱਤਰ ਤਾਂ ਉਹ ਹੁੰਦਾ, ਅਤੇ ਲੋੜ ਵੇਲੇ ਕੋਈ ਕੰਮ ਆਉਂਦਾ। ਗੁਰਬਾਣੀ ਕਹਿੰਦੀ ਸਾਰੇ ਸਵਾਰਥ ਕਾਰਨ ਜੁੜੇ ਹੋਏ ਨੇ ਇੱਕ ਦੂਜੇ ਨਾਲ। ਇੱਕ ਦੂਜੇ ਨਾਲ ਅਸੀਂ ਸਵਾਰਥ ਕਾਰਨ ਜੁੜੇ ਹੋਏ ਹਾਂ। ਜਦੋਂ ਸਵਾਰਥ ਸਾਡਾ ਕਿਸੇ ਤੋਂ ਪੂਰਾ ਨਹੀਂ ਹੁੰਦਾ, ਉਦੋਂ ਅਸੀਂ ਉਹਦੇ ਨਾਲ ਸਾਡੀ ਟੁੱਟ ਫੁੱਟ ਹੋ ਜਾਂਦੀ ਹੈ। ਤੁਸੀਂ ਗਏ ਆਪਣੇ ਦੋਸਤ ਕੋਲੋਂ ਉਧਾਰ ਮੰਗਣ, ਉਹਨੇ ਤੁਹਾਨੂੰ ਉਧਾਰ ਨਹੀਂ ਦਿੱਤਾ, ਲੈ ਤੁਸੀਂ ਦੋਸਤ ਹੀ ਛੱਡ ਦਿਓਗੇ। ਮੈਂ ਗਿਆ ਸੀ, ਮੈਨੂੰ ਪੈਸੇ ਨਹੀਂ, ਉਧਾਰ ਹੀ ਨਹੀਂ ਦਿੱਤਾ। ਜੇ ਉਧਾਰ ਦੇ ਦਿੰਦਾ ਫਿਰ ਤੁਸੀਂ ਮੋੜਦੇ ਕੋਈ ਨਹੀਂ ਸਾਨੂੰ। ਕਿਹੜੇ ਕਿਸੇ ਸਿਆਪਾ ਜੀ। ਉਧਾਰ ਦੇਣ ਲਈ ਲੋਕ ਤਿਆਰ ਨੇ, ਪਰ ਲੋਕ ਬੇਈਮਾਨ ਹੋ ਕੇ ਮੋੜਦੇ ਨਹੀਂ। ਇਸ ਲਈ ਉਹ ਕੋਈ ਨਾ ਕਿਤੋਂ ਕੱਟਾ ਮੰਗਣ ਗਿਆ, ਨਾ ਗੱਡਾ ਮੰਗਣ ਗਿਆ। ਉਹਨੂੰ ਪਤਾ ਸੀ ਵੀ ਇਸ ਬੰਦੇ ਨੇ ਮੇਰਾ ਗੱਡਾ ਨਹੀਂ ਮੋੜਨਾ, ਰਿਵਾਜ਼ ਹੀ ਨਹੀਂ ਮੋੜਨ ਦਾ। ਤੁਸੀਂ ਕਿਸੇ ਦੇ ਘਰੋਂ ਕਹੀ ਮੰਗ ਲਿਓ, ਨਾ ਮੋੜ ਨਹੀਂ ਜਾਂਦੇ ਤੁਸੀਂ। ਉਹ ਪਿਓ 2-4 ਦਿਨਾਂ ਬਾਅਦ ਲੈਣ ਹੁੰਦੇ, ਮੇਰੀ ਤਾਂ ਕਹੀ ਤੁਸੀਂ ਲੈ ਕੇ ਆਏ ਸੀ, ਮੋੜਨ ਦਾ ਰਿਵਾਜ਼ ਹੀ ਕੋਈ ਨਹੀਂ, ਰੱਖ ਲੈਂਦੇ। ਉਹ ਹੁਣ ਉਹਨੂੰ ਪਤਾ ਸੀ ਇਹਨੇ ਮੇਰਾ ਗੱਡਾ ਛੇਤੀ ਮੋੜ ਦੇਣਾ। ਕਹਿੰਦੇ ਯਾਰ ਗੱਡਾ ਤਾਂ ਮੈਂ ਦੇ ਦੇ, ਨਾਲ ਕੱਟਾ ਵੱਜਿਆ। ਕੋਈ ਬਹਾਨਾ ਬਣਾ ਕੇ ਜ਼ਰੂਰਤ ਹੈ। ਹਾਲਾਂਕਿ ਗੱਡਾ ਦੇਣ ਦਾ ਕੱਟਾ ਖੋਲ੍ਹ ਕੇ ਭਰਾ ਕਿੱਲੇ 'ਤੇ ਨਹੀਂ ਬੰਨਿਆ ਜਾ ਸਕਦਾ। ਉਹ ਕਿਉਂ ਹੈ? ਕਿਉਂਕਿ ਅਗਲੇ ਨੂੰ ਵਿਸ਼ਵਾਸ ਨਹੀਂ ਹੈਗਾ। ਅਸੀਂ ਆਪਣਾ ਵਿਸ਼ਵਾਸ ਆਪ ਹੀ ਗਵਾਇਆ ਹੈ। ਮੇਰੇ ਨਾਲ ਮੰਨ ਲਓ ਇੱਕ ਬੰਦਾ ਧੋਖਾ ਕਰਦਾ, ਮੈਂ ਅੱਗੇ ਤੋਂ ਕਿਸੇ 'ਤੇ ਵੀ ਵਿਸ਼ਵਾਸ ਨਹੀਂ ਕਰਾਂਗਾ। ਨਹੀਂ ਉਹ ਤਾਂ ਯਾਰ ਮੈਂ ਤਾਂ ਨਹੀਂ ਇਹੋ ਜਿਹਾ। ਅਗਲਾ ਕਹਿੰਦੇ ਤੇਰਾ ਕੀ ਗਰੰਟੀ ਹੈ ਤੂੰ ਇਹੋ ਜਿਹਾ ਨਹੀਂ ਹੈ? ਕੀ ਗਰੰਟੀ ਵੀ ਕੀ ਹੈ? ਕਿੰਨੇ ਮੇਰੇ ਕੋਲ ਆਉਂਦੇ ਨੇ,
ਬਾਬਾ ਜੀ ਉਧਾਰ ਲਿਆ ਸੀ, ਸਾਡੇ ਮੋੜਦੇ ਨਹੀਂ ਹੈਗੇ। ਇੱਥੇ ਮਹਾਂਪੁਰਖ ਮੇਰੇ ਕੋਲ ਆਉਂਦੇ ਨੇ, ਉਹ 5 ਬੰਦੇ ਨੇ ਮੇਰੇ ਤੋਂ ਪੈਸੇ ਲੈ ਲਏ ਜੀ, ਉਹ ਮੋੜ ਹੀ ਨਹੀਂ ਰਹੇ ਜੀ, ਇੰਨੇ ਮਹੀਨੇ ਹੋ ਗਏ ਜੀ। ਮੈਂ ਠੀਕ ਹੈ ਜੀ। ਮੈਂ ਬਾਬਾ ਜੀ ਤੁਹਾਡੇ ਕੋਲ ਫਾਲਤੂ ਨੇ, ਤਾਂ ਹੀ ਤੁਸੀਂ ਉਧਾਰ ਦਿੱਤਾ ਨਾ। ਔਰ ਕਹੋ ਠੀਕ ਹੈ ਸੀ ਤਾਂ ਹੀ ਦਿੱਤੇ ਨਾ, ਚਲੋ ਠੀਕ ਹੈ, ਮੌਜ ਕਰੋ, ਸਤਿ ਸ਼੍ਰੀ ਅਕਾਲ ਹੈ ਜੀ। ਜੇ ਤੁਹਾਡੇ ਕੋਲ ਹੁੰਦੇ ਹੀ ਨਾ, ਕਿੱਥੋਂ ਦਿੰਦੇ ਤੁਸੀਂ? ਮੈਂ ਇਸ ਲਈ ਹੁਣ ਠੀਕ ਕਿੰਨੇ ਆਉਂਦੇ ਨੇ, ਉਹ ਜੀ ਦੋਸਤ ਸੀ ਜੀ, ਉਹ ਰਿਸ਼ਤੇਦਾਰ ਸੀ, ਉਹ ਮੋੜਦਾ ਨਹੀਂ ਹੈ ਜੀ। ਇੱਕ ਡਾਕਟਰ ਨੇ ਕੁਰਸੀ ਲੈਣੀ ਸੀ, ਡੈਂਟਿਸਟ ਜਿਹੜੇ ਹੁੰਦੇ ਨੇ, ਕੁਰਸੀ 1,35,000 ਚ ਜਿੰਨੇ ਦੀ ਵੀ ਸੀ, ਉਹਨੂੰ ਪੈਸੇ ਪਹਿਲਾਂ ਭੇਜੇ ਦੁਕਾਨਦਾਰ ਨੂੰ, ਉਹ ਕੁਰਸੀ ਦੀ ਸਭ ਕੁਛ ਹੈਗਾ ਉਹਦੇ। 3-4 ਮਹੀਨੇ ਕੁਰਸੀ ਨਹੀਂ ਭੇਜੀ, ਉਹ ਆਪ ਉਹਦੇ ਕੋਲ ਚਲੇ ਗਿਆ, ਭਾਈ ਤੂੰ ਮੇਰੀ ਕੁਰਸੀ ਨਹੀਂ ਭੇਜੀ, ਕਹਿੰਦਾ ਮੈਂ ਨਹੀਂ ਭੇਜਦਾ, ਜਾਂ ਜਿਹੜਾ ਜ਼ੋਰ ਲੈਣਾ ਲਾ ਲੈ, ਦੱਸ, ਕਹਿੰਦਾ ਮੈਂ ਨਹੀਂ ਭੇਜਦਾ, ਜਿਹੜਾ ਜ਼ੋਰ ਲੈਣ ਲਾ ਲੈ। ਦੁਕਾਨਦਾਰ ਹੈ, ਉਧਾਰ ਵੀ ਨਹੀਂ, ਚੈੱਕ ਦਿੱਤਾ ਹੋਇਆ ਵੀ। ਉਹ ਕੁਰਸੀਆਂ ਡੈਂਟਿਸਟਾਂ ਲਈ ਬਣਦਾ ਜੀ, ਜਿਸ 'ਤੇ ਆਪਾਂ ਜਾ ਕੇ ਬੈਠਦੇ ਹਾਂ, ਦੰਦ ਸਾਡੇ ਘਰ ਪੈਸੇ ਐਡਵਾਂਸ ਲੈ ਲਏ, 5-6 ਮਹੀਨੇ ਹੋ ਗਏ ਭੇਜਣੇ, ਬਸ ਅੱਜ ਭੇਜਦਾ, ਕੱਲ੍ਹ ਭੇਜਦਾ, ਐਂ ਕਹੀ ਗਿਆ ਟੈਲੀਫੋਨ 'ਤੇ। ਉਹ ਆਪ ਚਲੇ ਗਿਆ ਉਹਦੇ ਕੋਲ, ਉੱਥੇ ਜਿੱਥੇ ਆਰਡਰ ਦਿੱਤਾ ਸੀ, ਕਹਿੰਦਾ ਮੈਂ ਨਹੀਂ ਦਿੰਦਾ, ਨਾ ਮੈਂ ਕੁਰਸੀ ਭੇਜਾਂ, ਨਾ ਮੈਂ ਪੈਸੇ ਦੇਵਾਂ, ਜਿਹੜਾ ਜ਼ੋਰ ਲਾਉਣੇ ਲਾ ਲੈ। ਹਮੇਸ਼ਾ ਲਈ ਬੰਦੇ ਦਾ ਵਿਸ਼ਵਾਸ ਫਿਰ ਖਤਮ ਹੋ ਜਾਂਦਾ ਹੈ। ਆਹ ਪ੍ਰੋਬਲਮ ਹੈ, ਹੋਰ ਤਾਂ ਕੋਈ ਨਹੀਂ ਹੋ। ਇਸ ਲਈ ਸੰਸਾਰ ਕਹਿੰਦੇ ਸੰਸਾਰ ਸਵਾਰਥੀ ਹੈ, ਬਸ ਇਹ ਸਵਾਰਥਾਂ ਕਾਰਨ ਇੱਕ ਦੂਜੇ ਨਾਲ ਜੁੜਿਆ ਹੋਇਆ ਹੈ। ਤਾਂ ਕਹਿੰਦੇ ਫਰੀਦਾ ਗੱਲੀ ਸੋ ਸੱਜਣ ਵੀ, ਗੱਲਾਂ ਬਾਤਾਂ ਤਾਂ 20 ਸੱਜਣ ਨੇ, ਇੱਕ ਢੁਣੇਂਦੀ ਨਾਲ, ਪਰ ਮੈਨੂੰ ਅਸਲੀ ਸੱਜਣ ਇੱਕ ਵੀ ਨਹੀਂ ਲੱਭਦਾ ਹੈ। ਮੈਂ ਢੂੰਡ ਰਹੀ ਹਾਂ, ਕੋਈ ਅਸਲੀ ਸੱਜਣ ਮਿਲ ਜੇ, ਕਦੇ ਇੱਕ ਵੀ ਨਹੀਂ ਲੱਭਦਾ। ਤੁਖਾਂ ਜਿਉਂ ਮਾਲੀ ਕਾਰਨ ਤਿਨਾ ਮਾਂ ਪਿਰੀ, ਮੈਂ ਆਪਣੇ ਪਿਆਰਿਆਂ ਦੀ ਖਾਤਰ ਜਿਵੇਂ ਮਲੀ ਤੁਖਦੀ ਹੈ, ਐਂ ਤੁਖ ਰਿਹਾ, ਮੈਨੂੰ ਪਿਆਰੇ ਹੀ ਨਹੀਂ ਮਿਲ ਰਹੇ, ਮੈਨੂੰ ਕੋਈ ਐਸੇ ਪਿਆਰੇ ਹੀ ਨਹੀਂ ਮਿਲ ਰਹੇ ਜਿਨ੍ਹਾਂ ਨਾਲ ਮੈਂ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਾਂ, ਕੋਈ ਹੋਰ ਕੁਛ ਕਰ ਸਕਾਂ। ਅੱਜ ਕੱਲ੍ਹ ਦੁੱਖ ਸੁੱਖ ਸਾਂਝਾ ਕਰਨਾ ਵੀ ਔਖਾ ਹੋ ਗਿਆ ਹੈ। ਉਹ ਤੁਹਾਡੇ ਤੋਂ ਕੋਈ ਨਾ ਕੋਈ ਭੇਦ ਲੈ ਲੈਣਗੇ, ਫਿਰ ਉਹ ਤੁਹਾਨੂੰ ਨੁਕਸਾਨ ਕਰਨਗੇ ਬਾਅਦ 'ਚ। ਹਾਂਜੀ, ਇਹ ਗੱਲ ਯਾਦ ਰੱਖਣੀ ਹੈ। ਮੇਰੇ ਭਰਾ ਨੇ ਮੈਨੂੰ ਕਿਹਾ ਸੀ, ਜਿਵੇਂ ਟੀਚਰ ਲੱਗਾ, ਕਹਿੰਦਾ ਸੁਣ ਮੇਰੀ ਗੱਲ, ਕੁਝ ਗੱਲਾਂ ਜ਼ਿੰਦਗੀ 'ਚ ਐਸੀਆਂ ਹੁੰਦੀਆਂ ਨੇ ਜਿਹੜੀਆਂ ਕਿਸੇ ਨੂੰ ਵੀ ਦੱਸਣ ਵਾਲੀਆਂ ਨਹੀਂ ਹੁੰਦੀਆਂ, ਨਾ ਭੈਣ ਨੂੰ, ਨਾ ਭਰਾ ਨੂੰ, ਨਾ ਮਾਂ ਨੂੰ, ਨਾ ਬਾਪ ਨੂੰ, ਨਾ ਦੋਸਤ ਨੂੰ, ਨਾ ਘਰ ਵਾਲੇ ਨੂੰ, ਨਾ ਘਰ ਵਾਲੇ ਨੂੰ। ਉਹਨਾਂ ਨੂੰ ਅੰਦਰ ਰੱਖ ਕੇ ਹੀ ਮਰ ਜਾਣਾ ਹੈ। ਅਗਰ ਤੁਸੀਂ ਕਿਸੇ ਨੂੰ ਦੱਸਿਆ ਨਹੀਂ, ਉਹਨੇ ਤੁਹਾਨੂੰ ਬਲੈਕਮੇਲ ਕੀਤਾ ਨਹੀਂ ਸਮਾਂ ਪਾ ਕੇ। ਹੁਣ ਇਸੇ ਕਾਰਨ ਕੁਝ ਐਸੇ ਭੇਦ ਹੁੰਦੇ ਨੇ ਜਿਹੜੇ ਕਿਸੇ ਨੂੰ ਵੀ ਨਹੀਂ ਦੱਸੀ ਦੇ ਹੁੰਦੇ। ਇੱਕ ਬੰਦਾ, 2 ਦੋਸਤ ਸਨ ਪੱਕੇ, ਇੱਕ +2 ਸੀ, ਉਹਦੇ FA ਕਹਿੰਦੇ ਹੁੰਦੇ ਸੀ ਉਹਨੂੰ, ਇੱਕ MA ਪਾਸ ਸੀ। ਕੁਦਰਤੀ ਦੋਨਾਂ ਦਾ ਨਾਮ ਵੀ ਇੱਕੋ ਅਤੇ ਬਾਪ ਦਾ ਨਾਮ ਵੀ ਇੱਕੋ, ਦੋਨਾਂ ਦਾ ਨਾਮ ਵੀ ਇੱਕੋ ਅਤੇ ਦੋਨਾਂ ਦੇ ਬਾਪ ਦਾ ਨਾਮ ਵੀ ਇੱਕੋ। ਉਹ ਉਹਨੂੰ ਕਹਿੰਦਾ ਯਾਰ ਤੂੰ ਮੈਨੂੰ ਆਪਣਾ ਸਰਟੀਫਿਕੇਟ ਦੇ ਦੇ MA ਵਾਲਾ, ਮੈਂ UP 'ਚ ਜਾ ਕੇ ਨੌਕਰੀ ਕਰ ਲਾਂਗਾ। ਉਹ ਕਹੇ ਚੰਗਾ, ਮੈਂ ਕਹਿ ਦਾਂਗਾ ਮੈਂ ਬੱਸ 'ਚ ਆ ਰਿਹਾ ਸੀ, ਮੇਰੇ ਸਰਟੀਫਿਕੇਟ ਗੁੰਮ ਹੋ ਗਏ, ਮੈਂ ਕਹਿੰਦਾ ਡੁਪਲੀਕੇਟ ਬਣਾ ਲਾਂਗਾ, ਤੂੰ ਭਾਈ ਲੈ ਜਾ। ਉਹ ਲੈ ਗਿਆ, ਉਹ ਸਰਵਿਸ ਕਰਦਾ ਰਿਹਾ ਜੀ, ਗੌਰਮੈਂਟ ਸਰਵਿਸ ਮਿਲ ਗਈ, ਸਰਵਿਸ ਕਰਦਾ ਰਿਹਾ। ਉਹਦਾ ਇੱਕ ਦੋਸਤ ਬਣ ਗਿਆ, ਉਹ ਹੌਲੀ ਹੌਲੀ ਪੀਣ ਪੂਣ ਲੱਗ ਗਏ। ਇੱਕ ਦਿਨ ਪੀ ਕੇ ਉਹਨੇ ਆਪਣੇ ਦੋਸਤ ਨੂੰ ਦੱਸ ਦਿੱਤਾ ਕਿ ਮੈਂ ਤਾਂ ਆਪਣੇ ਦੋਸਤ ਦੇ ਸਰਟੀਫਿਕੇਟ 'ਤੇ ਨੌਕਰੀ ਕਰ ਰਿਹਾ ਹਾਂ, ਵੀ ਮੈਂ +2 ਹਾਂ, ਉਹ MA ਸੀ, ਨਾਮ ਸਾਡਾ ਉਹੀ ਸੀ। ਅੱਗੋਂ ਬਹੁਤ ਚਲਾਕ ਸੀ, ਕਹਿੰਦਾ ਫਿਰ ਕੀ ਚ ਕੋਈ ਗੱਲ ਨਹੀਂ, ਹੁਣ ਉਹਨੂੰ ਭਿੱਤ ਪੈ ਲੱਗ ਗਿਆ ਕਿ ਨਹੀਂ। ਕੁਝ ਸਾਲਾਂ ਬਾਅਦ ਦੋਨਾਂ ਦੀ ਆਪਸ 'ਚ ਵਿਗੜ ਗਈ। ਉਹ ਕਹੇ ਚੰਗਾ, ਮੈਂ ਨਾਲੇ ਤੇਰੀ ਨੌਕਰੀ ਤੜਾਊਂਗਾ, ਨਾਲੇ ਤੈਨੂੰ ਜੇਲ੍ਹ ਕਰਾਊਂਗਾ, ਜਾਂ ਮੈਨੂੰ ਅੱਧੀ ਤਨਖਾਹ ਦਿਆ ਕਰ। ਸਿਆਪਾ ਖੜਾ ਹੋ ਗਿਆ। ਅਖੀਰ 'ਤੇ ਕਰ ਦੇਗਾ, ਤੀਜੇ ਹਿੱਸੇ 'ਤੇ ਆ ਗਿਆ ਵੀ ਚੱਲ ਤੂੰ ਦੱਸੀ ਨਾ, ਤੀਜਾ ਹਿੱਸਾ ਤਨਖਾਹ ਲੈ ਲਿਆ ਕਰ।
ਜਿੰਨੇ ਸਾਲ ਨੌਕਰੀ ਕੀਤੀ ਤੀਜਾ ਹਿੱਸਾ ਤਨਖਾਹ ਉਸ ਨੂੰ ਦਿੰਦਾ ਰਿਹਾ। ਰਿਟਾਇਰ ਹੋ ਗਿਆ, ਫਿਰ ਪੈਨਸ਼ਨ ਲੱਗ ਗਈ, ਕਹਿੰਦਾ ਮੈਂ ਅੱਧੀ ਪੈਨਸ਼ਨ ਲਊਂਗਾ, ਨਹੀਂ ਤਾਂ ਮੈਂ ਤੇਰੀ ਹੁਣ ਸ਼ਿਕਾਇਤ ਕਰ ਦੂੰ। ਸਾਰਾ ਤੈਨੂੰ ਸਿਆਪਾ ਖੜਾ ਹੋ ਜਾਊਗਾ। ਉਹ ਮਰਨ ਤੱਕ ਉਹਨੂੰ ਅੱਧੀ ਪੈਨਸ਼ਨ ਵੀ ਦਿੰਦਾ ਰਿਹਾ। ਇੱਕੋ ਗੱਲ ਦੱਸਣ ਕਰ। ਇਸ ਲਈ ਕੁਝ ਐਸੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿਸੇ ਨੂੰ ਵੀ ਨਹੀਂ ਦੱਸਣੀਆਂ ਚਾਹੀਦੀਆਂ, ਭਾਵੇਂ ਕਿੰਨਾ ਵੀ ਕੋਈ ਕਿਉਂ ਨਾ ਨਜ਼ਦੀਕੀ ਹੋਵੇ। ਇਹ ਸੰਸਾਰ ਹੈ, ਇਹ ਸਾਰੇ ਸਵਾਰਥ ਕਾਰਨ ਜੁੜੇ ਹੋਏ ਨੇ। ਜਿੱਦੇ ਵਿਗੜ ਗਈ ਉਹਦੇ ਤੁਹਾਨੂੰ ਨੁਕਸਾਨ ਪਹੁੰਚਾ ਦੇਣਗੇ। ਸੋ ਕਹਿੰਦੇ ਮੈਂ ਸੱਜਣ ਲੱਭ ਰਿਹਾ, ਗੱਲਾਂ ਬਾਤਾਂ ਤਾਂ 20 ਸੱਜਣ ਨੇ, ਅਸਲੀ ਮੈਨੂੰ ਕੋਈ ਨਹੀਂ ਲੱਭ ਰਿਹਾ। ਕਹਿੰਦਾ ਮੈਂ ਐਂ ਮਲੀ ਦੀ ਤਰ੍ਹਾਂ ਧੁਖ ਰਿਹਾ ਵੀ ਕਦੋਂ ਮੈਨੂੰ ਪਿਆਰੇ ਕੋਈ ਮਿਲਣ ਮੈਨੂੰ। ਕਹਿੰਦੇ ਮਿਲ ਨਹੀਂ ਰਹੇ ਪਿਆਰੇ। ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀ ਹੈ ਕੌਣ। ਕੰਨੀ, ਇੱਕ ਹੁੰਦਾ ਕੰਨੀ ਨੰਨੇ ਨੂੰ ਬਿਹਾਰੀ ਕੱਲੀ, ਇੱਕ ਹੁੰਦਾ ਨੰਨੇ ਨੂੰ ਬਿਹਾਰੀ ਬਿੰਦੀ। ਜਿਹੜੀ ਉਂਝ ਹੈਗਾ ਕੰਨੀ, ਉਹ ਤਾਂ ਜਿਵੇਂ ਦੁਪੱਟੇ ਦੀ ਕੰਨੀ, ਪੱਗ ਦੀ ਕੰਨੀ, ਕੋਰਨਰ ਜਿਹੜਾ ਹੁੰਦਾ ਉਹਨੂੰ ਕਹਿੰਦੇ। ਜੇ ਨੰਨੇ ਨੂੰ ਬਿਹਾਰੀ ਲਾ ਕੇ ਬੋਲਾਂਗੇ ਕੰਨੀ, ਮੈਂ ਇਹ ਗੱਲ ਆਪਣੇ ਕੰਨੀ ਸੁਣੀ, ਕੰਨਾਂ ਨਾਲ। ਜਦੋਂ ਆਪਾਂ ਬੋਲਦੇ ਹਾਂ ਉਦੋਂ ਕੰਨੀਆਂ ਹੀ ਬੋਲ ਰਹੇ ਹਾਂ, ਪਰ ਜੇ ਕੋਈ ਲਿਖਣਾ ਹੋਵੇ ਵੀ ਜੋ ਲਿਖਣਾ ਹੈ ਤਾਂ ਪਹਿਲਾਂ ਆਪਾਂ ਲਿਖਾਂਗੇ ਉਹਦੇ ਦੁਪੱਟੇ ਦੀ ਕੰਨੀ ਫਟ ਗਈ ਹੈ, ਉਹ ਤਾਂ ਬਿਨਾਂ ਬਿੰਦੀ ਤੋਂ ਲਿਖਾਂਗੇ। ਮੈਂ ਇਹ ਗੱਲ ਆਪਣੇ ਕੰਨੀ ਸੁਣੀ, ਉਦੋਂ ਬਿੰਦੀ ਲਾ ਕੇ ਲਿਖਾਂਗੇ ਵੀ ਕੰਨਾਂ ਨਾਲ। ਇਹ ਤਾਂ ਬਿੰਦੀ ਲਾ ਕੇ ਇੱਕ ਕਿਸਮ ਦਾ ਬੋਲਣਾ। ਕੰਨੀ ਬੁੱਝੇ ਦੇ ਰਹਾਂ, ਕਿਤੀ ਵੱਗੇ ਪਉਣ। ਬੁੱਝੇ ਹੁੰਦਾ ਚਾਹੇ ਰੂੰ ਦੇ ਲਓ ਕੰਨ 'ਚ, ਚਾਹੇ ਕੱਪੜਾ ਦੇ ਲਓ, ਵੀ ਗੱਲ ਨਾ ਦੂਜੇ ਦੀ ਸਾਨੂੰ ਸੁਣੇ, ਉਹ ਹੁੰਦਾ ਬੁੱਝੇ ਦੇਣਾ। ਆਪਾਂ ਕਦੀ ਗੱਲ ਨਹੀਂ ਸੁਣਨਾ ਚਾਹੁੰਦੇ, ਉਹ ਕੰਨ 'ਚ ਕੋਈ ਦਿੱਤੇ ਕੱਪੜਾ, ਰੂੰ ਦੇ ਲਓ, ਕੱਪੜਾ ਦੇ ਲਓ, ਫਿਰ ਦੂਜੀ ਦੀ ਗੱਲ ਨਹੀਂ ਸੁਣਦੀ। ਹੁਣ ਕਹਿ ਫਰੀਦ ਸਾਹਿਬ ਕਹਿੰਦੇ ਫਰੀਦਾ ਇਹ ਤਨ ਭੌਂਕਣਾ, ਨਿਤ ਨਿਤ ਦੁਖੀ ਹੈ ਕੌਣ। ਕਹਿੰਦੇ ਸਰੀਰ ਤਾਂ ਰੋਜ਼ ਭੌਂਕਦਾ ਰਹਿੰਦਾ ਵੀ ਇਹ ਮੰਗਦਾ ਰਹਿੰਦਾ ਮੈਨੂੰ ਆ ਦੇ ਆ ਦੇ ਆ ਦੇ। ਕੌਣ ਰੋਜ਼ ਰੋਜ਼ ਦੁਖੀ ਹੋਵੇ ਤਾਂ ਸੁਣ ਸੁਣ ਕੇ। ਪਾ ਮਨ ਜਿਹੜਾ ਹੈ ਇਹ ਤਾਂ ਕੁਛ ਨਾ ਕੁਛ ਮੰਗੀ ਜਾਂਦਾ ਮੰਗੀ ਜਾਂਦਾ ਮੰਗੀ ਜਾਂਦਾ। ਕਈ ਵਾਰੀ ਆਪਾਂ ਆਪਣੇ ਮਨ ਦੀ ਇੱਛਾਵਾਂ ਨਹੀਂ ਪੂਰੀਆਂ ਕਰ ਸਕਦੇ। ਕਹਿੰਦੇ ਇਹ ਸਰੀਰ ਭੌਂਕਦਾ ਰਹਿੰਦਾ, ਇਹ ਕੁਛ ਨਾ ਕੁਛ ਮੰਗਦਾ ਰਹਿੰਦਾ ਹੈ। ਕਿਹੜਾ ਕਹਿੰਦਾ ਦੁਖੀ ਹੁੰਦਾ ਫਿਰ ਇਹਦੇ ਲਈ। ਨਿਤ ਨਿਤ ਦੁਖੀ ਹੈ ਕੌਣ, ਕੌਣ ਇਹਦੇ ਲਈ ਰੋਜ਼ ਰੋਜ਼ ਦੁਖੀ ਹੁੰਦਾ ਫਿਰ, ਇਹਦੀਆਂ ਮੰਗਾਂ ਪੂਰੀਆਂ ਕਰਦਾ ਫਿਰ। ਕੰਨੀ ਬੁੱਝੇ ਦੇ ਰਹਾਂ, ਕਿਤੀ ਵੱਗੇ ਪਾਉਣ। ਜਿੰਨੀ ਮਰਜ਼ੀ ਹਵਾ ਚੱਲੀ ਜਾਏ, ਭਾਵੇਂ ਸਰੀਰ ਮੰਗੇ, ਮੈਂ ਕਦੇ ਕੰਨਾਂ 'ਚ ਬੁੱਝੇ ਦਿੱਤੇ, ਸੁਣਦਾ ਹੀ ਨਹੀਂ। ਮੈਂ ਸੁਣਦਾ ਹੀ ਨਹੀਂ ਆਪਣੇ ਮਨ ਦੀ, ਆਪੇ ਭੌਂਕ ਭੂੰਕ ਕੇ ਹਟ ਜਾਏਗਾ। ਮਨ ਤੁਹਾਡਾ ਬੱਚਾ ਤੁਹਾਡੇ ਤੋਂ ਕੋਈ ਚੀਜ਼ ਮੰਗਦਾ ਹੈ, ਦੇਖੋ ਮੈਂ ਦੇਖਦਾ ਰਹਿਣਾ, ਤੁਹਾਨੂੰ ਤਾਂ ਸਿੱਧਾ ਤਜਰਬਾ ਹੈ, ਮੈਂ ਤੁਹਾਡੇ ਬੱਚਿਆਂ ਨੂੰ ਵੇਖਦਾ ਰਹਿਣਾ, ਮੈਨੂੰ ਤਾਂ ਵੇਖ ਵੇਖ ਕੇ ਤਜਰਬਾ ਹੋਇਆ। ਉਹਦਾ ਗਲਾ ਖਰਾਬ ਹੈ, ਉਹਨੂੰ ਲੱਗੀ ਖੰਘ, ਬਾਹਰ ਆ ਕੇ ਘੰਟੀ ਵਜਾਤੀ ਇੱਕ ਨੇ। ਬੱਚੇ ਨੂੰ ਪਤਾ ਹੈ ਇਹਨੇ ਕੁਲਫੀ ਵਾਲਾ ਆਇਆ, ਉਹ ਕਹਿੰਦਾ ਮੈਂ ਕੁਲਫੀ ਲੈਣੀ ਹੈ। ਉਹਨੂੰ ਨਹੀਂ ਪਤਾ, ਉਹਦੇ ਜੀਭ ਦੇ ਸਵਾਦ ਮਗਰ ਜਾਂਦਾ। ਮਾਂ ਨੂੰ ਪਤਾ ਵੀ ਇਹਦਾ ਗਲਾ ਖਰਾਬ ਹੈ, ਹੋਰ ਖਰਾਬ ਹੋ ਜਾਏਗਾ। ਮਾਂ ਨੂੰ ਕੁਲਫੀ ਲੈ ਕੇ ਨਹੀਂ ਦਿੰਦੀ, ਉਹ ਪਹਿਲਾਂ ਕੀ ਕਰੇਗਾ, ਧਰਤੀ ਲੇਟ ਜਾਏਗਾ। ਮੈਂ ਦੇਖਿਆ ਬੱਚੇ ਜਿਹੜੇ ਛੋਟੇ ਧਰਤੀ ਲੇਟ ਜਾਂਦੇ ਨੇ, ਕਿਉਂ ਮਾਂ ਕੇ ਜ਼ੋਰ ਤਾਂ ਚੱਲਦਾ ਕੋਈ ਨਹੀਂ, ਧਰਤੀ ਲੇਟ ਜਾ ਰੀ 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 ਕਰਨਗੇ। ਕਈ ਵਾਰੀ ਮਾਵਾਂ ਜਿਹੜੀ ਦਿਆਲੂ ਹੁੰਦੀਆਂ ਤਰਸ ਆ ਜਾਂਦਾ, ਹੁਣ ਚੁੱਕ ਲੈਂਦੀਆਂ। ਹੁਣ ਜੇ ਤੁਹਾਨੂੰ ਕੁਲਫੀ ਲੈ ਕੇ ਦਿੰਦੀ ਤਾਂ ਉਹਦਾ ਭੱਠਾ ਬਹਿੰਦਾ, ਜੋ ਨਹੀਂ ਲੈ ਕੇ ਰੋਂਦਾ ਨਹੀਂ, ਉਹਨੂੰ ਰੋਈ ਜਾਣ ਦਿਓ। ਤੁਹਾਨੂੰ ਪਤਾ ਉਹਦੀ ਮੰਗ ਗਲਤ ਹੈ, ਰੋਈ ਜਾਣ ਦਿਓ। ਕਿੰਨੀ ਕੁ ਦੇਰ ਰੋਲੇਗਾ, ਆਪੇ ਖੜ ਜਾਏਗਾ। ਰੋਣ ਦੀ ਵੀ ਤਾਂ ਇੱਕ ਹੱਦ ਹੁੰਦੀ ਹੈ। ਆਪਣਾ ਸੱਕਾ ਰਿਸ਼ਤੇਦਾਰ ਮਰ ਜੇ, ਰੋਣ ਦੀ ਵੀ ਇੱਕ ਹੱਦ ਹੁੰਦੀ ਹੈ। 2 ਦਿਨ ਰੋਲਾਂਗੇ, 4 ਦਿਨ, ਕਿੰਨੀ ਕੁ ਦਿਨ ਰੋ ਸਕਦੇ ਹਾਂ, ਕਿੰਨੇ ਦਿਨ ਰੋ ਸਕਦੇ ਹਾਂ। ਇਸ ਲਈ ਬੱਚਾ ਰੀ 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 ਕਰੇਗਾ, ਪਰ ਜੇ ਤੁਹਾਨੂੰ ਪਤਾ ਹੈ ਕਿ ਗਲਤ ਹੈ ਦੀ ਮੰਗ, ਨਹੀਂ ਮੰਨਣੀ, ਰੋਈ ਜਾ, ਲੇਟੀ ਜਾ, ਜੋ ਮਰਜ਼ੀ ਕਰੀ ਜਾ, ਨਹੀਂ ਮੰਨਣੀ, ਫਿਰ ਠੀਕ ਰਹੋਗੇ ਤੁਸੀਂ। ਉਹ ਕਹਿੰਦੇ ਮੈਂ ਤਾਂ ਕੰਨਾਂ 'ਚ ਬੁੱਝੇ ਦੇ, ਸੁਣਦੇ ਹੀ ਨਹੀਂ।
ਜਾ ਮਨ ਨੂੰ ਕਹਿੰਦਾ ਜਾ ਤੂੰ ਰੀ ਜਿਹੜੀ ਕਰਨੀ ਕਰੀ ਜਾ, ਤੇਰੀਆਂ ਮੰਨ ਕੇ ਕੌਣ ਦੁਖੀ ਹੁੰਦਾ ਫਿਰ? ਇੱਕ ਮੰਨਾਂਗੇ ਤੂੰ ਕੱਲ੍ਹ ਨੂੰ ਹੋਰ ਕਹੇਂਗਾ, ਹੋਰ ਮੰਨਾਂਗੇ ਹੋਰ ਕਹਾਂਗੇ। ਇਹ ਕੁਦਰਤੀ ਇਹ ਅਸੂਲ ਹੈ। ਇੱਕ ਮੰਗ ਮੰਨ ਲਓ, ਦੂਜੀ ਖੜੀ, ਦੂਜੀ ਮੰਨ ਲਓ, ਤੀਜੀ ਖੜੀ ਜਾਂਦੀ। ਕਹਿੰਦੇ ਕੌਣ ਇਸ ਸਰੀਰ ਦੀਆਂ ਮੰਗਾਂ ਮੰਨਦਾ ਫਿਰ? ਕਹਿੰਦਾ ਮੈਂ ਇਸ ਲਈ ਸੁਣਦਾ ਹੀ ਨਹੀਂ ਹਾਂ, ਮੈਂ ਕੰਨਾਂ 'ਚ ਬੁੱਝੇ ਦੇ ਰੱਖੇ ਪਾਸ ਸੁਣਦਾ ਹੀ ਨਹੀਂ ਹੈਗਾ। ਭਾਵ ਮੈਂ ਇਹਦੀ ਕੋਈ ਗਲਤ ਗੱਲ ਨਹੀਂ ਮੰਨਦਾ। ਆ ਭਾਵ ਹੈ। ਫਰੀਦਾ ਰੱਬ ਖਜੂਰੀ, ਰਾਰਣ ਬਿਹਾਰੀ ਬਿੰਦੇ ਖਜੂਰਾਂ। ਭਾਵ ਜਦੋਂ ਬਹੁਵਚਨ ਬਣਾਉਣਾ ਹੋਵੇ ਉਦੋਂ ਫਿਰ ਬਿੰਦੀ ਲੱਗ ਜਾਂਦੀ ਹੈ। ਜਿਵੇਂ ਸਿੱਖੀ, ਸਿੱਖਾਂ ਨੇ, ਬਿੰਦੀ ਲੱਗ ਜਾਂਦੀ। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖਿਆ ਨਹੀਂ, ਨਈ ਨਦੀ ਹੁੰਦਾ ਇੱਕ ਵਚਨ, ਨਹੀਂ ਈਡਨ ਬਿਹਾਰੀ ਬਿੰਦੀ ਨਦੀਆਂ ਵਹਨ ਵਗਦੀਆਂ ਹਨ। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖਿਆ ਨਹੀਂ ਵਹਨ, ਜੋ ਜੋ ਵੰਝੇ ਡੀਹੜਾ, ਸੋ ਉਮਰ ਹੱਥ ਪਵਨ। ਜੋ ਜੋ ਵੰਝੇ ਡੀਹੜਾ, ਡੀਹੜਾ ਬਣੇ ਦਿਨ, ਜਿਹੜਾ ਦਿਨ ਬੀਤ ਰਿਹਾ ਨਾ, ਸੋ ਉਮਰ ਹੱਥ ਪਵਨ। ਉਹ ਉਮਰ ਨੂੰ ਹੱਥ ਪਾ ਰਿਹਾ, ਭਾਵ ਉਮਰ ਘਟਦੀ ਜਾ ਰਹੀ ਹੈ। ਕਿਉਂਕਿ ਮਾਂ ਸਮਝਦੇ ਸੁਤ ਬੜਾ ਹੋਤ ਹੈ, ਇਤਨਾ ਕੁ ਨਾ ਜਾਣੇ ਦਿਨ ਦਿਨ ਅਬਦ ਘਟਤ ਹੈ। ਮਾਂ ਸੋਚਦੇ ਮੇਰਾ ਪੁੱਤਰ ਵੱਡਾ ਹੋ ਰਿਹਾ, ਪਰ ਵਿਚਾਰੇ ਨੇ ਨਹੀਂ ਪਤਾ ਇਹ ਤਾਂ ਸਭ ਛੋਟਾ ਹੋ ਰਿਹਾ, ਇਹਦੀ ਉਮਰ ਘਟ ਰਹੀ, ਇਹ ਵੱਡਾ ਨਹੀਂ ਹੋ ਰਿਹਾ, ਇਹ ਸਭ ਛੋਟਾ ਹੋ ਰਿਹਾ, ਕਿਉਂਕਿ ਉਮਰ ਘਟ ਰਹੀ ਹੈ ਇਹਦੀ। ਇਸ ਲਈ ਉਹ ਸਮਝਾਏ ਬਈ ਪਰਮਾਤਮਾ ਦੀਆਂ ਖਜੂਰਾਂ ਪੱਕੀਆਂ ਹੋਈਆਂ ਨੇ। ਸ਼ਹਿਦ, ਮਾਖਿਆਂ ਦਾ ਸ਼ਹਿਦ, ਇੱਧਰ ਸ਼ਹਿਦ ਕਹਿੰਦੇ ਸੀ, ਕਿਤੇ ਸ਼ਹਿਦ ਤੱਤੇ ਨਾਲ ਵੀ ਪਿੰਡਾਂ ਕਹਿੰਦੇ ਸੀ, ਅਤੇ ਜਿਹੜਾ ਹੈ ਪਾਕਿਸਤਾਨ ਮਾਖੇ ਕਹਿੰਦੇ ਸੀ ਸ਼ਹਿਦ ਨੂੰ। ਸ਼ਹਿਦ ਦੀਆਂ ਨਦੀਆਂ ਚੱਲ ਰਹੀਆਂ ਹਨ, ਰੱਬ ਦੀਆਂ ਖਜੂਰਾਂ ਪੱਕੀਆਂ ਹੋਈਆਂ ਹਨ। ਕਿਸੇ ਚੀਜ਼ ਦੀ ਕਮੀ ਨਹੀਂ, ਸਭ ਕੁਛ ਹੈ। ਸੰਤ ਮਹਾਤਮਾ ਨੇ, ਗੁਰੂ ਨੇ, ਪੀਰ ਪੈਗੰਬਰ ਨੇ, ਉਹ ਪ੍ਰਵਾਹ ਚਲਾ ਰਹੇ ਨਾਮ ਬਾਣੀ ਦਾ। ਇੱਥੇ ਖਜੂਰਾਂ ਤੋਂ ਭਾਵ ਸੰਤ ਮਹਾਤਮਾ, ਅਤੇ ਮਾਖਾਂ ਦੀ ਨਦੀਆਂ ਤੋਂ ਭਾਵ ਹੈ ਉਹਨਾਂ ਦੀ ਸਿੱਖਿਆ ਜਿਹੜੀ ਹੈ। ਸੰਤ ਮਹਾਤਮਾ ਨੇ ਸਿੱਖਿਆਵਾਂ ਦੇ ਰਹੇ ਹਨ ਕਿ ਭਾਈ ਜਿਹੜਾ ਦਿਨ ਤੁਹਾਡਾ ਬੀਤ ਰਿਹਾ ਨਾ, ਸਮਝੋ ਤੁਹਾਡੀ ਉਮਰ ਘਟ ਰਹੀ ਹੈ, ਤੁਹਾਡੀ ਦਿਨੋਂ ਦਿਨ ਉਮਰ ਘਟ ਰਹੀ ਹੈ। ਤੁਸੀਂ ਨਾਮ ਜਪ ਲਓ, ਨਾਮ ਜਪ ਲਓ। ਇਹ ਨਹੀਂ ਕਿ ਨਾਮ ਜਪਾਉਣ ਵਾਲੇ ਨਹੀਂ ਹੈਗੇ, ਉਹ ਤਾਂ ਪੁਕਾਰ ਕੇ ਕਹਿ ਰਹੇ ਨੇ। ਜਿਹੜਾ ਗੁਰੂ ਹੈ ਇਹ ਤਾਂ ਰੱਬ ਸਿੱਧਾ ਭੇਜਦਾ, ਗੁਰੂ ਬਣਾਇਆ ਨਹੀਂ ਜਾ ਸਕਦਾ, ਗੁਰੂ ਧੁਰੋਂ ਆਉਂਦਾ ਹੈ, ਅੱਗੇ ਸੰਤ ਬਣਦੇ ਨੇ। ਫਿਰ 100 ਸੰਤ ਰਲ ਕੇ ਵੀ ਇੱਕ ਗੁਰੂ ਤਿਆਰ ਨਹੀਂ ਕਰ ਸਕਦਾ, ਪਰ ਇੱਕ ਗੁਰੂ ਸੈਂਕੜੇ ਸੰਤ ਅੱਗੇ ਤਿਆਰ ਕਰ ਸਕਦਾ ਹੈ। ਇਹ ਕਿਤੇ ਵੀ ਨਹੀਂ ਸੁਣਨ 'ਚ ਆਇਆ ਵੀ 100 ਸੰਤਾਂ ਨੇ ਰਲ ਕੇ ਕੋਈ ਗੁਰੂ ਤਿਆਰ ਕਰ ਦਿੱਤਾ ਹੋਵੇ, ਨਹੀਂ। ਇੱਕ ਗੁਰੂ ਸੈਂਕੜੇ ਸੰਤ ਤਿਆਰ ਕਰਦਾ ਹੁੰਦਾ। ਸੋ ਸਮਝਾਇਆ ਮਨੁੱਖ ਨੂੰ ਕਿ ਭਾਈ ਜਿਹੜਾ ਤੇਰਾ ਦਿਨ ਬੀਤ ਰਿਹਾ ਨਾ, ਇਹਦੇ ਨਾਲ ਤੇਰੀ ਉਮਰ ਘਟ ਰਹੀ ਹੈ। ਇਸ ਲਈ ਇਹ ਪ੍ਰਵਾਹ ਚੱਲ ਰਹੇ ਨੇ ਨਦੀਆਂ ਦੇ, ਮਾਖਿਆਂ ਦੇ ਨਦੀਆਂ ਦੇ ਪ੍ਰਵਾਹ ਚੱਲ ਰਹੇ ਨੇ। ਖਜੂਰਾਂ ਨੇ, ਕਿਉਂਕਿ ਉਹਨਾਂ ਦੇ ਇਲਾਕੇ ਖਜੂਰਾਂ ਦੀ ਜ਼ਿਆਦਾ ਮਹਾਨਤਾ ਹੁੰਦੀ ਸੀ। ਕਿਉਂਕਿ ਕਈ ਇਲਾਕੇ ਐਸੇ ਨੇ ਜਿਹੜੇ ਬਹੁਤ ਰੇਤਲੇ ਨੇ, ਵਰਖਾ ਘੱਟ ਹੁੰਦੀ ਹੈ, ਉੱਥੇ ਆਮ ਤੌਰ 'ਤੇ ਅੱਜ ਜਿੰਨੀਆਂ ਆਪਣੇ ਚੱਜ ਦੀਆਂ ਖਜੂਰਾਂ ਵਿਕਣ ਆਉਂਦੀਆਂ ਨੇ, ਇਹ ਬਾਹਰਲੇ ਦੇਸ਼ਾਂ ਤੋਂ ਹੀ ਆਉਂਦੀਆਂ। ਕੋਈ ਸਾਊਦੀ ਅਰਬ ਤੋਂ ਆ ਰਹੀਆਂ, ਕੋਈ ਹੋਰ ਕਿਤੋਂ ਆ ਰਹੀ, ਲਿਖਿਆ ਵੀ ਉਹਨਾਂ 'ਤੇ ਹੁੰਦਾ ਉੱਤੇ ਉਰਦੂ ਖਜੂਰਾਂ। ਭਾਵ ਸੰਤ ਮਹਾਤਮਾ ਦੇ ਉਹਨਾਂ ਦੀ ਸਿੱਖਿਆਵਾਂ ਦੀ ਕੋਈ ਕਮੀ ਨਹੀਂ ਹੈ, ਉਹ ਤਾਂ ਚੱਲ ਰਹੇ, ਨਦੀਆਂ ਚੱਲ ਰਹੀਆਂ। ਇਸ ਗੱਲ ਦੀਆਂ ਗੱਲ ਤਾਂ ਹੈ ਉਸ ਨੂੰ ਪੀਣ ਵਾਲੇ ਚਾਹੀਦੇ ਨੇ। ਉਹ ਤਾਂ ਹੀ ਉਹਨਾਂ ਮਾਖਣ ਪੀਵੇਗਾ, ਖਾਵੇਗਾ, ਖਜੂਰਾਂ ਨੂੰ ਖਾਏਗਾ ਜੇ ਉਹਨੂੰ ਸੋਝੀ ਹੋਵੇਗੀ। ਉਹ ਸੋਝੀ ਦਿਲਾ ਰਹੇ ਕਿ ਭਾਈ ਜਿਹੜਾ ਤੇਰਾ ਇੱਕ ਦਿਨ ਵੀ ਬੀਤ ਰਿਹਾ, ਤੇਰੀ ਉਮਰ ਘਟ ਰਹੀ ਹੈ, ਤੇਰੀ ਉਮਰ ਦੇ ਦਿਨ ਗਿਣਵੇਂ ਨੇ, ਉਹ ਘਟ ਰਹੇ ਨੇ। ਇਸ ਲਈ ਤੂੰ ਭਜਨ ਬੰਦਗੀ ਕਰ ਲੈ। ਇਹ ਨਾ ਸੋਚ ਮੈਂ ਅਗਲੇ ਸਾਲ ਕਰਾਂਗਾ, ਉਦੋਂ ਅਗਲੇ ਸਾਲ ਕਰਾਂਗਾ, ਰਿਟਾਇਰ ਹੋ ਕੇ ਕਰਾਂਗਾ, ਫਲਾਣਾ। ਮੇਰੇ ਨਾਲ ਇੱਕ ਟੀਚਰ ਸੀ, ਮੈਂ ਉਹਨੂੰ ਕਹਿਣਾ ਤੂੰ ਬਸ ਸਤਸੰਗ 'ਚ ਆਇਆ ਕਰ ਐਤਵਾਰ ਨੂੰ। ਕਹਿੰਦਾ ਬਸ ਜੀ
ਮੈਂ ਰਿਟਾਇਰ ਹੋ ਕੇ ਆਇਆ ਕਰਾਂ, ਮੈਂ ਰਿਟਾਇਰ ਹੋਣ ਹੀ ਵਾਲਾ, ਰਿਟਾਇਰ ਹੋ ਗਿਆ। ਮੈਂ ਹੁਣ ਆਇਆ ਕਰੋ ਜੀ। ਉਹ ਕਹਿੰਦਾ ਜੈਮਲ ਸਿੰਘ ਜੀ ਕੀ ਕਰੀਏ ਜੀ, ਉਧਰ ਤਾਂ ਮੇਰੇ ਪੋਤਰਾ ਹੋ ਗਿਆ, ਉਧਰ ਦੋਤਰਾ ਹੋ ਗਿਆ, ਠੀਕ ਹੈ, ਨੂੰਹ ਵੀ ਨੌਕਰੀ ਕਰਦੀ, ਧੀ ਵੀ ਨੌਕਰੀ ਕਰਦੀ। ਉਹ ਕਹਿੰਦੇ ਡੈਡੀ ਤੁਸੀਂ ਇਹਨਾਂ ਨੂੰ ਸਾਂਭਿਆ ਕਰੋ ਜਵਾਕਾਂ ਨੂੰ, ਇਸ ਲਈ ਕਹਿੰਦਾ ਮੈਂ ਸਾਂਭਦਾ। ਮੈਂ ਠੀਕ ਹੈ, ਫਿਰ ਤੂੰ ਕਹੇਂਗੇ ਮੈਂ ਇਹਨਾਂ ਦਾ ਵਿਆਹ ਕਰ ਲਾਂ ਫਿਰ ਆਵਾਂਗਾ। ਇਹ ਨਹੀਂ ਆ ਹੁੰਦਾ। ਜੇ ਬੰਦਾ ਸੇ ਮੈਂ ਵਿਹਲਾ ਆਉਣਾ ਫਿਰ ਆਵਾਂਗਾ, ਫਿਰ ਨਹੀਂ ਆਉਂਦਾ। ਆਹੀ ਯਾਦ ਕਰਾਇਆ ਕਿ ਦਿਨੋਂ ਦਿਨ ਤੇਰੀ ਉਮਰ ਘੱਟ ਰਹੀ ਹੈ। ਇਹ ਨਾ ਸਮਝ ਤੂੰ ਵੱਡਾ ਹੋ ਰਿਹਾ, ਤੂੰ ਛੋਟਾ ਹੋ ਰਿਹਾ, ਉਮਰ ਘੱਟ ਰਹੀ ਹੈ। ਇਸ ਲਈ ਭਾਈ ਜਿਹੜਾ ਸਮਾਂ ਹੈ ਉਹਦਾ ਫਾਇਦਾ ਉਠਾਓ। ਮਹਾਂਪੁਰਖਾਂ ਦੀ ਸੰਗਤ ਕਰੋ, ਸਤ ਸੰਗਤ ਕਰੋ, ਉੱਥੋਂ ਤੁਹਾਨੂੰ ਕੋਈ ਪ੍ਰੇਰਨਾ ਮਿਲੇਗੀ, ਭਜਨ ਬੰਦਗੀ ਕਰੋਗੇ। ਫਰੀਦਾ ਤਾਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੈਂ ਕਾਗ, ਅਜੈ ਸਰਾਬ ਨਾ ਬੋਹੜਿਓ, ਦੇਖ ਬੰਦੇ ਕੇ ਭਾਗ। ਤਾਨ ਸੁੱਕਾ, ਪਤਾ ਕੀ, ਜਦ ਬਹੁਤ ਜ਼ਿਆਦਾ ਉਮਰ ਹੋ ਜਾਏ ਸਰੀਰ ਬਿਲਕੁਲ ਪਤਲਾ ਹੋ ਜਾਂਦਾ ਹੈ। ਹਾਂ ਹੁਣ ਆਪਾਂ ਨੱਚਦੇ ਟੱਪਦੇ ਹਾਂ, ਫਿਰ ਜੇ ਬੁੱਢੇ ਹੋ ਜਾਵਾਂਗੇ ਫਿਰ ਉਠਾਏਗਾ ਵੀ ਆਪਾਂ ਨੂੰ ਕੋਈ, ਆਪ ਹੀ ਨਹੀਂ ਉੱਠ ਹੁੰਦਾ। ਫਿਰ ਸਾਡੇ ਕੋਈ ਬਾਂਹ ਫੜਦਾ ਹੈ, ਫਿਰ ਉਠਾਉਂਦਾ ਹੈ। ਕਈ ਵਾਰ ਠੀਕ ਤੁਰ ਨਹੀਂ ਹੁੰਦਾ, ਬੁਢਾਪੇ ਖਤਰਾ ਹੁੰਦਾ ਕਿਤੇ ਮੈਂ ਡਿੱਗ ਨਾ ਪਾ। ਕਈਆਂ ਕੋਲ ਛੋਟੀ ਜਿਹੀ ਖੂੰਡੀ ਹੁੰਦੀ ਹੈ। ਇੱਕ ਸਮਾਂ ਐਸਾ ਹੁੰਦਾ ਕਿ ਛੋਟੀ ਖੂੰਡੀ ਨਾਲ ਵੀ ਨਹੀਂ ਤੁਰਦਾ, ਕੋਈ ਬੰਦਾ ਜਿਹੜਾ ਹੈ ਉਹ ਬਾਂਹ ਫੜਦਾ ਜਾਂ ਹੱਥ ਫੜ ਕੇ ਉਹਨੂੰ ਤੁਰਦਾ ਹੈ। ਸੋ ਕਹਿੰਦੇ ਹੋਇਆ ਕਿ ਫਰੀਦਾ ਤਾਨ ਸੁੱਕਾ ਪਿੰਜਰ ਥੀ। ਪਿੰਜਰ ਹੁੰਦਾ ਜਦੋਂ ਮਾਸ ਉੱਤੇ ਨਾ ਰਹੇ, ਹੱਡੀਆਂ ਹੱਡੀਆਂ ਰਹਿ ਜਾਣ ਵਾਲਾ ਕਹਿੰਦੇ ਪਿੰਜਰ। ਹੁਣ ਦੇਖੋ ਜਿਨ੍ਹਾਂ ਦੇ ਪਹਿਲਾਂ ਚਿਹਰੇ ਭਰੇ ਹੁੰਦੇ ਨੇ, ਬੁਢਾਪੇ ਜਾ ਕੇ ਅਗਰ ਸਰੀਰ ਕਮਜ਼ੋਰ ਹੋ ਗਿਆ, ਉਹਨਾਂ ਦੇ ਚਿਹਰੇ 'ਤੇ ਝੁਰੜੀਆਂ ਪੈ ਜਾਂਦੀਆਂ ਬੁਢਾਪੇ 'ਚ। ਕਈ ਦੇ ਬਹੁਤ ਝੁਰੜੀਆਂ ਚਿਹਰੇ 'ਤੇ ਪਈਆਂ ਹੁੰਦੀਆਂ। ਕਿਉਂ? ਪਹਿਲਾਂ ਉਹਨਾਂ ਦਾ ਚਿਹਰਾ ਭਰਵਾਂ ਸੀ, ਹੁਣ ਉਹ ਸੁੱਕ ਸੜ ਗਿਆ ਹੈ। ਮਾਸ ਤਾਂ ਉਸ ਤਰ੍ਹਾਂ ਹੀ ਹੈ ਨਾ, ਪਹਿਲਾਂ ਤਾਂ ਐਂ ਤਣਿਆ ਹੋਇਆ ਸੀ, ਖਿੱਚਿਆ ਹੋਇਆ ਸੀ ਮਾਸ, ਉਹ ਹੁਣ ਅੰਦਰ ਚਰਬੀ ਰਹੀ ਨਹੀਂ, ਉਹ ਮਾਸ ਟਿਲ ਗਿਆ, ਝੁਰੜੀਆਂ ਪੈ ਜਾਂਦੀਆਂ। ਇਸ ਤਰ੍ਹਾਂ ਹੀ ਸਰੀਰ ਸੁੱਕ ਕੇ ਪਿੰਜਰ ਹੋ ਜਾਂਦਾ ਹੈ। ਹਾਂ, ਬੰਦਾ ਉੱਤੇ ਉੱਪਰਲਾ ਮਾਸ ਬਿਲਕੁਲ ਪਤਲਾ ਹੋ ਜਾਂਦਾ ਹੈ। ਬੁਢਾਪੇ 'ਚ ਗਰਮੀ ਸਰਦੀ ਕਿਉਂ ਜ਼ਿਆਦਾ ਲੱਗਦੀ? ਇਸ ਲਈ ਲੱਗਦੀ, ਚਰਬੀ ਨਹੀਂ ਹੁੰਦੀ, ਚਰਬੀ ਨਹੀਂ ਹੁੰਦੀ। ਔਰਤ ਨੂੰ ਬੰਦੇ ਨਾਲ ਘੱਟ ਠੰਡ ਲੱਗਦੀ ਹੈ, ਇਸ 'ਚ ਬੰਦੇ ਨਾਲ ਚਰਬੀ ਜ਼ਿਆਦਾ ਹੁੰਦੀ ਹੈ। ਵਿਆਹ 'ਚ ਤੈਨੂੰ ਬਿਲਕੁਲ ਨਹੀਂ ਠੰਡ ਲੱਗਦੀ। ਉਹ ਬੜੇ ਵਧੀਆ ਦਿਨ ਹੁੰਦੇ ਨੇ, ਹਾਂ, ਉਦੋਂ ਨੂੰ ਬਿਲਕੁਲ ਹੀ ਠੰਡ ਨਹੀਂ ਲੱਗਦੀ। ਇਹਨਾਂ ਨੂੰ ਬੰਦੇ ਨਾਲੋਂ ਘੱਟ ਠੰਡ, ਜਿੰਨੀ ਕਿਸੇ ਸਰੀਰ 'ਤੇ ਜ਼ਿਆਦਾ ਚਰਬੀ ਹੋਵੇਗੀ ਉਨੀ ਉਸ ਨੂੰ ਠੰਡ ਘੱਟ ਲੱਗੇਗੀ। ਉਹ ਸਹਿਣ ਕਰ ਰਹੇ ਨੇ, ਚਰਬੀ ਰੋਕ ਲੈਂਦੀ ਹੈ। ਹੁਣ ਸਾਡੇ ਵਰਗੇ ਦੀਆਂ ਹੱਡੀਆਂ ਹੱਡੀਆਂ ਨੇ, ਅਤੇ ਠੰਡ ਵੀ ਲੱਗਣੀ ਅਤੇ ਗਰਮੀ ਵੀ ਲੱਗਣੀ ਹੈ, ਲੱਗਣੀ ਹੈ, ਕੁਦਰਤੀ ਗੱਲ ਨਹੀਂ। ਤਾਂ ਕਹਿੰਦੇ ਫਰੀਦਾ ਤਾਨ ਸੁੱਕਾ ਪਿੰਜਰ ਥੀਆ, ਸਰੀਰ ਸੁੱਕ ਕੇ ਪਿੰਜਰ ਹੋ ਗਿਆ ਹੈ। ਤਲੀਆਂ ਖੂੰਡਾਂ ਕਾ, ਖੂੰਡਾਂ ਦੇ ਠੂੰਗਾ ਮਾਰਨੀ, ਕਾਂ ਪੈਰਾਂ ਦੀਆਂ ਹੱਥਾਂ ਦੀਆਂ ਤਲੀਆਂ 'ਤੇ। ਵੈਸੇ ਤਾਂ ਤਲੀ ਜਿਹੜੀ ਹੈ ਪੈਰ ਦੀ ਹੁੰਦੀ ਹੈ, ਹੱਥ ਦੀ ਤਾਂ ਹਥੇਲੀ ਹੁੰਦੀ ਹੈ। ਹੱਥ ਦੀ ਕੀ ਹੁੰਦੀ ਹੈ? ਹਥੇਲੀ। ਪੈਰ ਦੀ ਕੀ ਹੁੰਦੀ ਹੈ? ਤਲੀ। ਤਲੀਆਂ ਖੂੰਡਾਂ ਕਾਗ, ਜਿਹੜੇ ਕਾਂ ਨੇ ਉਹ ਕਹਿੰਦੇ ਜਿਹੜੀ ਤਲੀਆਂ ਨੇ ਉਹਨਾਂ ਠੂੰਗਾ ਮਾਰਨੇ ਵੀ, ਜਿਹੜਾ ਥੋੜ੍ਹਾ ਬਹੁਤ ਮਾਸ ਲੱਗਾ ਇਹ ਵੀ ਲੈ ਲਓ, ਇਹ ਵੀ ਲੈ ਲਓ। ਜੇ ਕੁੱਤਾ ਹੈ ਉਹਦੀ ਕੀ ਆਦਤ ਹੈ? ਕਰ ਪਿੰਜਰ ਹੈ, ਉੱਤੇ ਕੋਈ ਨਹੀਂ, ਉਹਦੇ ਉੱਤੇ ਚੰਮ, ਉਹਦੇ ਉੱਤੇ ਕੋਈ ਮਾਸ ਨਹੀਂ ਹੈਗਾ, ਹੱਡੀਆਂ ਦਾ ਪਿੰਜਰ ਪਿਆ ਹੈ, ਉਹਨੂੰ ਚੁੱਭੀ ਜਾਏਗਾ ਉਹਨੂੰ। ਉਹਦੇ ਫਿਰ ਕੀ ਹੁੰਦਾ, ਜਦੋਂ ਹੱਡੀਆਂ ਨੂੰ ਚੂਸੀ ਜਾਂਦਾ ਉਹਦੇ ਆਪਣੇ ਮਸੂੜੇ 'ਚ ਖੂਨ ਨਿਕਲਣ ਲੱਗ ਜਾਂਦਾ, ਉਹਨੂੰ ਇਹ ਲੱਗਦਾ ਮੈਂ ਹਾਂ ਬਸ ਸਭ ਕੁਛ ਇਹਦਾ ਹੱਡੀਆਂ ਦਾ ਕੁਛ ਖਾ ਪੀ ਰਿਹਾ ਹਾਂ। ਇਸ ਤਰ੍ਹਾਂ ਕਹਿੰਦੇ ਵੀ ਹੁਣ ਤਲੀਆਂ ਕਈ ਵਾਰੀ ਥੋੜ੍ਹੀ ਢੱਕੀਆਂ ਹੁੰਦੀਆਂ ਨੇ, ਕਹਿੰਦਾ ਜਿਹੜੇ ਕਾਂ ਨੇ ਉਹਨਾਂ 'ਤੇ ਵੀ ਠੂੰਗਾ ਮਾਰ ਰਹੇ ਹਨ। ਤਲੀਆਂ ਖੂੰਡਾਂ ਕਾਗ, ਅਜੈ ਸੋ ਰੱਬ ਨਾ ਬੋੜਿਓ, ਦੇਖ ਬੰਦੇ ਦੇ ਭਾਗ। ਕਹਿੰਦੇ ਇਹ ਹਾਲਤ ਬੰਦੇ ਦੀ ਹੋ ਗਈ, ਅਜੇ ਵੀ ਰੱਬ ਨਹੀਂ ਮਿਲਿਆ, ਅਜੇ ਵੀ ਰੱਬ ਨਹੀਂ ਮਿਲਿਆ, ਇਹੋ ਜਿਹਾ ਹਾਲ ਹੋ ਗਿਆ ਹੈ। ਸੋ ਉਡੀਕ ਹੈ ਰੱਬ ਦੀ ਵੀ ਕਦੋਂ ਮਿਲੇ। ਰੱਬ ਦੀ ਯਾਦ ਦੇ ਵਿੱਚ ਸਰੀਰ ਵੀ ਕਮਜ਼ੋਰ ਹੋ ਗਿਆ ਹੈ,
ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ 24 ਸਾਲ ਦੇ ਬਾਬਾ ਫਰੀਦ ਜੀ ਆਪ ਹੀ ਜੰਗਲਾਂ 'ਚ ਰਹੇ। ਫਿਰ ਗਿਆਨ ਹੋਇਆ ਵੀ ਉਹ ਇਹ ਤਾਂ ਗੁਰੂ ਧਾਰਨ ਕੀਤੇ ਬਿਨਾਂ ਨਹੀਂ ਵੀ ਰੱਬ ਦੀ ਪ੍ਰਾਪਤੀ ਹੋਣੀ। ਫਿਰ ਕਿਸੇ ਨੇ ਕਿਹਾ, ਫਿਰ ਉਹਨਾਂ ਨੇ ਗੁਰੂ ਧਾਰਨ ਕੀਤਾ, ਫਿਰ ਉਹਨਾਂ ਆਪ ਹੀ ਕਿਹਾ, ਫਿਰ ਆਪ ਹੀ ਆਪਣੀ ਬਾਣੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੋੜੇ ਵਸੀ ਰੱਬ ਹੈ ਲੀਏ ਜੰਗਲ ਕਿਆ ਢੂੰਢੇ। ਕਿ ਪਰਮਾਤਮਾ ਦੇ ਹਿਰਦੇ 'ਚ ਵਸਦਾ, ਤੂੰ ਜੰਗਲਾਂ 'ਚ ਕਿੱਥੇ ਫਿਰੀ ਜਾਂਦਾ। ਗਿਆਨ ਹੋ ਗਿਆ ਨਾ। ਪਹਿਲਾਂ ਆਪ ਹੀ 24 ਸਾਲ ਜੰਗਲਾਂ 'ਚ ਰਹੇ। ਤਾਂ ਕੁਦਰਤੀ ਗੱਲ ਹੈ, ਜੰਗਲਾਂ 'ਚ ਉਹ ਕੁਛ ਖਾਣ ਪੀਣ ਨੂੰ ਥੋੜ੍ਹੇ ਮਿਲਦੇ ਜੇ ਘਰ 'ਚ ਮਿਲਦਾ ਹੈ। ਸਰੀਰਾਂ ਨੇ ਕਮਜ਼ੋਰ ਹੋਣਾ ਹੀ ਹੈ। ਦੱਸ ਰਹੇ ਵੀ ਮੇਰੇ ਸਰੀਰ ਦੀ ਆਹ ਹਾਲਤ ਹੋ ਗਈ ਹੈ ਕਿ ਜਿਹੜਾ ਹੈ ਬਿਲਕੁਲ ਸੁੱਕ ਕੇ ਮੈਂ ਪਿੰਜਰ ਹੋ ਗਿਆ ਹਾਂ। ਜਿਹੜਾ ਥੋੜ੍ਹਾ ਬਹੁਤਾ ਮਾਸ ਹੈ ਉਹ ਕਾਂ ਖਾ ਰਹੇ ਨੇ, ਅਜੇ ਤੱਕ ਮੈਨੂੰ ਰੱਬ ਨਹੀਂ ਮਿਲਿਆ। ਰੱਬ ਮਿਲਣ ਦੀ ਅਜੇ ਉਡੀਕ ਹੈ। ਫਿਰ ਕਹਿੰਦੇ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤ ਛੋਹ ਫਿਰ ਦੇਖਣ ਕੀ ਆਸ। ਕਾਗਾ ਹੇ ਕਾਂ ਕਰੰਗ ਢੰਡੋਲਿਆ, ਮਾਸ ਤੇ ਰਹੇ ਹੀ ਨਹੀਂ। ਹੱਡੀਆਂ ਨੂੰ ਤੂੰ ਢੂੰਡ ਰਿਹਾ, ਹੱਡੀਆਂ ਦੇ ਵਿੱਚ ਕੋਈ ਮਾਸ ਲੱਭ ਰਿਹਾ। ਸਗਲਾ ਖਾਇਆ ਮਾਸ, ਤੂੰ ਸਾਰਾ ਮੇਰਾ ਮਾਸ ਖਾ ਲਿਆ ਹੈ, ਹੱਡੀਆਂ ਦੇ ਮਾਸ ਰਹਿਣ ਨਹੀਂ ਦਿੱਤਾ। ਇਹ ਦੋਏ ਨੈਣਾ ਮਤ ਛੋਹ, ਪਰ ਮੇਰੀਆਂ ਦੋ ਅੱਖਾਂ ਨੂੰ ਹੇ ਕਾਂ ਇਹ ਠੂੰਗਾ ਨਾ ਮਾਰੀ, ਇਹਨੂੰ ਨਾ ਛੋਈ। ਫਿਰ ਦੇਖਣ ਕੀ ਆਸ, ਅਜੇ ਤਾਂ ਮੈਂ ਆਸ ਲਾਈ ਬੈਠਾ, ਇਹਨਾਂ ਅੱਖਾਂ ਨਾਲ ਆਪਣੇ ਪਿਆਰੇ ਪ੍ਰਭੂ ਨੂੰ ਦੇਖਾਂਗਾ, ਮੈਂ ਪਿਆਰੇ ਪ੍ਰਭੂ ਨੂੰ ਦੇਖਾਂਗਾ। ਤਮੰਨਾ ਹੈ, ਬਾਕੀ ਠੀਕ ਹੈ, ਬਾਕੀ ਸਰੀਰ ਦਾ ਜੋ ਨੁਕਸਾਨ ਹੋ ਗਿਆ। ਉਹ ਕਾਂ ਨੂੰ ਕਹਿ ਰਹੇ ਮੇਰੀ ਅੱਖਾਂ ਨੂੰ ਕੁਛ ਨਾ ਕਹੀਂ, ਮੈਂ ਇਹਨਾਂ ਨਾਲ ਜੇ ਆਪਣੇ ਪਰਮਾਤਮਾ ਨੂੰ ਦੇਖਣਾ ਮੇਰੀ ਇੱਛਾ ਹੈ, ਇਸ ਲਈ ਮੇਰੀ ਅੱਖਾਂ ਨੂੰ ਕੁਛ ਨਾ ਕਹੀਂ। ਭਾਵ ਕਹਿੰਦਾ ਹੈ ਕਿ ਅੰਦਰ ਇਹ ਨਹੀਂ ਤਮੰਨਾ ਹੈ, ਬਾਕੀ ਸਰੀਰ ਦੀ ਕੋਈ ਪਰਵਾਹ ਨਹੀਂ ਹੈ। ਸੁੱਕ ਗਿਆ, ਪਿੰਜਰਾ ਬਣ ਗਿਆ, ਜੋ ਕੁਛ ਵੀ ਹੋ ਗਿਆ ਹੈ, ਪਰ ਦਿਲ ਦੀ ਇੱਛਾ ਹੈ ਕਿ ਮੇਰੀਆਂ ਅੱਖਾਂ ਸਹੀ ਸਲਾਮਤ ਰਹਿਣ, ਮੈਂ ਇਹਨਾਂ ਨਾਲ ਆਪਣੇ ਪਰਮਾਤਮਾ ਦੇ ਦਰਸ਼ਨ ਕਰ ਸਕਾਂ। ਕਿਉਂਕਿ ਉਹਨਾਂ ਬਹੁਤ ਸਮਾਂ ਜੰਗਲਾਂ 'ਚ ਬਤੀਤ ਕੀਤਾ। ਹੁਣ ਜਿਹੜਾ ਸਿੱਖ ਧਰਮ ਹੈ, ਇਸੇ ਲਈ ਫਰਕ ਹੈ। ਸਿੱਖ ਧਰਮ ਦੇ ਵਿੱਚ ਗੁਰੂ ਮਹਾਰਾਜ ਕਿਹਾ ਕਿ ਭਾਈ ਔਖੇ ਹੋਣ ਦੀ ਲੋੜ ਨਹੀਂ, ਸਹਿਜ ਸੁਭਾਅ ਜੀਵਨ ਜਿਉਣਾ, ਆਪਣੇ ਪਰਿਵਾਰ ਨੂੰ ਪਾਲਣਾ, ਕੋਈ ਭੁੱਖੇ ਤਿਹਾਏ ਰਹਿਣ ਦੀ ਲੋੜ ਨਹੀਂ, ਕੋਈ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ। ਕਿਉਂਕਿ ਸਰੀਰ ਦੀ ਮਦਦ ਨਾਲ ਹੀ ਅਸੀਂ ਪਰਮਾਤਮਾ ਨੂੰ ਪ੍ਰਾਪਤ ਕਰਨਾ। ਜੇ ਸਰੀਰ ਨੇ ਕੰਮ ਨਾ ਕੀਤਾ ਤਾਂ ਭਜਨ ਬੰਦਗੀ ਕੀ ਕਰਾਂਗੇ। ਭਜਨ ਬੰਦਗੀ ਵੀ ਤੰਦਰੁਸਤ ਸਰੀਰ ਨਾਲ ਹੀ ਹੋ ਸਕਦੀ ਹੈ। ਦੁੱਖ ਇਸ ਗੱਲ ਦਾ ਕਿ ਜਦੋਂ ਬੰਦਾ ਤੰਦਰੁਸਤ ਹੁੰਦਾ ਉਹਦਾ ਭਜਨ ਬੰਦਗੀ ਨਹੀਂ ਕਰਦਾ, ਅਤੇ ਜਦੋਂ ਬਿਮਾਰ ਹੁੰਦਾ ਉਦੋਂ ਨੂੰ ਭਜਨ ਬੰਦਗੀ ਯਾਦ ਆਉਂਦੀ ਹੈ, ਹੁਣ ਹੁੰਦੀ ਨਹੀਂ ਹੈ। ਤਾਂ ਹੀ ਨਵੇਂ ਪਾਇਆ ਕਰਨੋ ਹੁਤੋ ਸੋ ਨਾ ਕੀਓ, ਜੋ ਕਰਨਾ ਸੀ ਜਦੋਂ ਉਹ ਕੀਤਾ ਨਹੀਂ, ਉਹ ਕੀਤਾ ਨਹੀਂ। ਕਿਉਂ? ਪਰ ਉਹ ਲੋਭ ਕਹਿ ਫੰਦ, ਲਾਲਚ ਕਰਦਾ ਹੋਰ ਕਮਾਲਾਂ ਹੋਰ ਕਮਾਲਾਂ ਹੋਰ ਕਮਾਲਾਂ, ਇਹ ਚੱਕਰ 'ਚ ਪਿਆ ਰਿਹਾ। ਹੁਣ ਕਿ ਸਮਾਂ ਬੀਤ ਗਿਆ, ਨਾਨਕ ਸਮੇਂ ਰਮ ਗਿਓ ਅਬ ਕੇ ਰੋਬਤ। ਹੁਣ ਕਿ ਅੰਨਿਆ ਹੈ ਮੂਰਖਾ, ਹੁਣ ਕਿਉਂ ਰੋਣਾ, ਹੁਣ ਤਾਂ ਸਮਾਂ ਲੰਘ ਗਿਆ ਹੈ। ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ, ਅਜੇ ਆਪਣਾ ਸਮਾਂ ਹੈਗਾ। ਠੀਕ ਹੈ, ਦਿਨੋਂ ਦਿਨ ਸਮਾਂ ਘੱਟ ਰਿਹਾ। ਵਾਰੀ ਵਾਰੀ ਬਾਣੀ ਸਾਨੂੰ ਯਾਦ ਕਰਾਉਂਦੀ ਹੈ ਕਿ ਸਮਾਂ ਬਹੁਤ ਥੋੜ੍ਹਾ ਰਹਿ ਗਿਆ, ਮੰਜ਼ਿਲ ਬਹੁਤ ਲੰਮੀ ਹੈ। ਸਾਡੀ ਮੰਜ਼ਿਲ ਅਜੇ ਬਹੁਤ ਲੰਮੀ ਹੈ। ਅੱਜ ਤਾਂ ਅਸੀਂ ਰਿੱਧੀਆਂ ਸਿੱਧੀਆਂ 'ਤੇ ਨਹੀਂ ਪਹੁੰਚੇ, ਰੱਬ ਤੱਕ ਕਦੋਂ ਪਹੁੰਚਾਂਗੇ? ਉਹ ਤਾਂ ਰਾਹ ਦੇ ਰਸਤਾ, ਉਦੇਸ਼ ਹੈ ਰੱਬ ਤੱਕ ਪਹੁੰਚਣਾ, ਪਰ ਰੱਬ ਤੱਕ ਪਹੁੰਚਣ ਤੋਂ ਪਹਿਲਾਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ। ਅੱਜ ਤਾਂ ਅਸੀਂ ਉੱਥੇ ਹੀ ਨਹੀਂ ਪਹੁੰਚੇ। ਅੱਜ ਤਾਂ ਅਸੀਂ ਪਹਿਲੇ ਪੜਾਅ 'ਤੇ ਨਹੀਂ ਪਹੁੰਚੇ, ਪਹਿਲੇ ਪੜਾਅ ਨੂੰ ਕਰੋਸ ਕਰਾਂਗੇ ਤਾਂ ਦੂਜੇ ਪੜਾਅ 'ਤੇ ਪਹੁੰਚਾਂਗੇ ਨਾ। ਇਸ ਲਈ ਅਜੇ ਸਾਡੀ ਮੰਜ਼ਿਲ ਲੰਮੀ ਹੈ, ਅਤੇ ਜਦੋਂ ਪੈਂਡਾ ਲੰਮਾ ਹੋਵੇ ਨਾ ਫਿਰ ਸਪੀਡ ਵਧਾ ਦੇਣੀ ਚਾਹੀਦੀ ਹੈ। ਮੰਨ ਲਓ ਮੈਂ 1000 ਕਿਲੋਮੀਟਰ ਜਾਣਾ ਅਤੇ ਮੇਰੇ ਕੋਲ ਕੁੱਲ 10 ਦਿਨ ਨੇ, ਇਹਦਾ ਮਤਲਬ ਫਿਰ ਮੈਨੂੰ ਨਾ 100 ਕਿਲੋਮੀਟਰ ਰੋਜ਼ ਸਫ਼ਰ ਕਰਨਾ ਪਵੇਗਾ,
ਤਾਂ ਮੈਂ ਪਹੁੰਚ ਸਕਦਾ ਵੇਲੇ ਸਿਰ। ਆ ਸਮਝਾਇਆ ਵੀ ਦਿਨ ਥੋੜ੍ਹੇ ਰਹਿ ਗਏ ਨੇ, ਸਫ਼ਰ ਸਾਡਾ ਲੰਮਾ ਹੈ, ਇਸ ਲਈ ਭਜਨਬੰਦੀ ਵਧਾ ਕੇ ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚਣਾ ਹੈ। ਸਤਿਕਾਰਯੋਗ ਸਾਧ ਸਿੰਘ ਜੀ, ਉਂਝ ਤਾਂ ਗੁਰੂ ਪਿਆਰੇ ਮੈਨੂੰ ਕਿਹਾ ਸੀ ਅੱਜ ਨਾਮਦੇਵ ਦੇ ਪ੍ਰਕਾਸ਼ ਦਿਵਸ ਹੈ, ਉਹ ਕੋਈ ਬੋਲਿਓ, ਹੁਣ ਟਾਈਮ ਹੀ ਹੋ ਗਿਆ, ਅਤੇ ਕੱਲ੍ਹ ਨੂੰ ਫਿਰ ਕਰਾਂਗੇ ਵਿਚਾਰ ਭਗਤ ਨਾਮਦੇਵ ਜੀ ਬਾਰੇ ਵੀ ਸੁਣਾਵਾਂਗੇ, ਕਿਉਂਕਿ ਉਹ ਵੀ ਉਸ ਵੇਲੇ ਦੇ ਸਨ, ਕਾਫੀ ਪੁਰਾਣੇ ਸਨ। ਬਾਬਾ ਫਰੀਦ ਜੀ ਬਹੁਤ ਪੁਰਾਣੇ, ਭਗਤ ਨਾਮਦੇਵ ਜੀ ਬਹੁਤ ਪੁਰਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।